ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 26 ਜਨਵਰੀ ਹੈ, ਦਿਨ ਬੁੱਧਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਖਾਸ ਤੇ ਅਹਿਮ ਖਬਰਾਂ ਦੱਸਦੇ ਹਾਂ ਤੇ ਖਬਰਾਂ ਤੋਂ ਵੀ ਪਹਿਲਾਂ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ। ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਹੈ। ਆਪ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਹੂਵਿੰਡ ਵਿੱਚ ਮਾਤਾ ਜਿਉਣੀ ਜੀ ਤੇ ਪਿਤਾ ਭਗਤਾ ਜੀ ਦੇ ਘਰ ਹੋਇਆ ਸੀ। ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪ ਸਿੰਘ ਬਣਨ ਵਾਲੇ ਨੌਜਵਾਨ ਨੇ ਸ਼ਸਤਰ ਵਿੱਦਿਆ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਦਾ ਗੂੜ ਗਿਆਨ ਹਾਸਲ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਰਹਿੰਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਮਿਲ ਕੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਬੀੜਾਂ ਆਪਣੇ ਹੱਥੀਂ ਲਿਖੀਆਂ ਸੀ ਅਤੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਭੇਜਿਆ ਸੀ। ਬਾਬਾ ਦੀਪ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਹੁਰਮਤੀ ਦੀ ਖਬਰ ਸੁਣ ਕੇ ਮੁਗਲਾਂ ਦੇ ਨਾਲ ਯੁੱਧ ਕਰਨ ਦੇ ਲਈ ਚੱਲ ਪਏ ਸੀ ਅਤੇ 13 ਨਵੰਬਰ 1757 ਨੂੰ ਯੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਸ਼ਹੀਦੀ ਅਸਥਾਨ ਸੁਭਾਈਮਾਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਜਨਮ ਅਸਥਾਨ ਪਹੂਵਿੰਡ ਸਾਹਿਬ ਵਿਖੇ ਜਨਮ ਦਿਹਾੜਾ ਮਨਾਇਆ ਜਾਵੇਗਾ। ਅੱਜ 26 ਜਨਵਰੀ ਨੂੰ ਭਾਰਤ ਦਾ 73ਵਾਂ ਗਣਤੰਤਰਤਾ ਦਿਵਸ ਵੀ ਹੈ। ਉਂਝ ਤਾਂ ਹਰ ਸਾਲ ਇਸ ਦਿਨ ਪੂਰੇ ਦੇਸ਼ ਦੇ ਸਕੂਲਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਨੇ, ਪਰ ਸਕੂਲ ਕਾਲਜ ਬੰਦ ਹੋਣ ਕਰਕੇ ਇਸ ਵਾਰ ਦਿੱਲੀ ਦੇ ਰਾਜਪਥ ਤੇ ਹੀ ਰੌਣਕਾਂ ਵੇਖਣ ਨੂੰ ਮਿਲਣਗੀਆਂ। ਅੱਜ ਦਿੱਲੀ ਦੇ ਰਾਜਪਥ ਤੇ ਗਣਤੰਤਰ ਦਿਵਸ ਪਰੇਡ ਹੋਏਗੀ, ਜਿਸ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ ਤੇ ਇਹਨਾਂ ਝਾਕੀਆਂ ਦੇ ਵਿੱਚ ਜਿਹੜੀ ਉੱਤਰਾਖੰਡ ਦੀ ਝਾਕੀ ਸ਼ਾਮਿਲ ਹੋਣੀ ਹੈ, ਉਸ ਦੇ ਵਿੱਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਨੂੰ ਵੀ ਦਿਖਾਇਆ ਜਾਵੇਗਾ। ਅੱਜ ਹਵਾਈ ਸੈਨਾ ਦੇ 75 ਜਹਾਜ਼ ਹਵਾਈ ਕਲਾਬਾਜ਼ੀਆਂ ਦਾ ਮੁਜ਼ਾਹਰਾ ਕਰਨਗੇ। ਮੁਕਾਬਲਾ ਪ੍ਰਕਿਰਿਆ ਰਾਹੀਂ ਚੁਣੇ ਗਏ 480 ਡਾਂਸਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਦੇਣਗੇ। ਸਮਾਗਮਾਂ ਦੌਰਾਨ ਰਾਜਪਥ ਤੇ 75 ਮੀਟਰ ਲੰਬੇ 10 ਸਕਰੋਲ ਅਤੇ ਦਰਸ਼ਕਾਂ ਦੇ ਲਈ 10 LED ਸਕਰੀਨਾਂ ਲਾਈਆਂ ਗਈਆਂ ਨੇ। 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਸੰਵਿਧਾਨ ਘੜਨੀ ਸਭਾ ਦੇ ਵੱਲੋਂ ਸੰਵਿਧਾਨ ਜਿਹੜਾ ਮਨਜ਼ੂਰ ਕੀਤਾ ਗਿਆ ਸੀ, ਉਸ ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ। ਯਾਨੀ ਕਿ ਇਸ ਦਿਨ 73 ਸਾਲ ਪਹਿਲਾਂ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਸਥਾਪਿਤ ਹੋਇਆ ਸੀ। ਇਸ ਲਈ ਅੱਜ ਦੇ ਦਿਨ ਨੂੰ ਗਣਤੰਤਰ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਆਜ਼ਾਦ ਭਾਰਤ ਦੇ ਲਈ ਸੰਵਿਧਾਨ ਦਾ ਖਰੜਾ ਡਾਕਟਰ BR ਅੰਬੇਡਕਰ ਸਮੇਤ ਹੋਰਾਂ ਨੇ ਤਿਆਰ ਕੀਤਾ ਸੀ ਤੇ ਅੱਜ ਗਣਤੰਤਰ ਦਿਵਸ ਦੇ ਮੌਕੇ ਇਹ ਸਵਾਲ ਮਨ ਦੇ ਵਿੱਚ ਵਾਰ-ਵਾਰ ਆ ਰਿਹਾ ਹੈ ਕਿ ਕੀ ਭਾਰਤ ਦਾ ਸੰਵਿਧਾਨ ਅੱਜ ਭਾਰਤ ਦੇ ਵਿੱਚ ਲਾਗੂ ਹੁੰਦਾ ਹੈ ਇਨ ਬਿਨ? ਕੀ ਭਾਰਤ ਦੇ ਹਰ ਨਾਗਰਿਕ ਨੂੰ ਸੰਵਿਧਾਨ ਦੇ ਮੁਤਾਬਿਕ ਸਹੂਲਤਾਂ ਮਿਲਦੀਆਂ ਨੇ? ਕੀ ਸੰਵਿਧਾਨ ਦੀ ਉਲੰਘਣਾ ਤਾਂ ਨਹੀਂ ਹੋ ਰਹੀ? ਸੋ ਇਹ ਸਾਰੇ ਸਵਾਲ ਸਾਡੇ ਮਨਾਂ ਦੇ ਵਿੱਚ ਉੱਠਣੇ ਚਾਹੀਦੇ ਨੇ ਤੇ ਪੜਚੋਲ ਵੀ ਹੋਣੀ ਚਾਹੀਦੀ ਹੈ। ਖਾਸ ਕਰਕੇ ਸਿਆਸੀ ਲੀਡਰਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਠੋਕਰ ਵੱਜਣੀ ਚਾਹੀਦੀ ਹੈ। ਤੇ ਗਣਤੰਤਰ ਦਿਹਾੜੇ ਮੌਕੇ ਜਿਵੇਂ ਹਰ ਸਾਲ ਇੱਕ ਦਿਨ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਮੁਲਕ ਦੇ ਨਾਮ ਸੰਦੇਸ਼ ਦਿੱਤਾ ਜਾਂਦਾ ਹੈ, ਸੰਬੋਧਨ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਕੱਲ ਮੁਲਕ ਦੇ ਨਾਮ ਸੰਦੇਸ਼ ਦਿੱਤਾ ਤੇ ਕਿਹਾ ਕਿ ਲੋਕ ਭਾਰਤੀਅਤਾ ਦਾ ਜਸ਼ਨ ਮਨਾਉਣ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਕੋਰੋਨਾ ਦੇ ਖਿਲਾਫ ਮਜ਼ਬੂਤੀ ਨਾਲ ਲੜਾਈ ਲੜੀ है। प्यारे देशवासियों, मानव समुदाय को एक दूसरे की सहायता की इतनी ज़रूरत कभी नहीं पड़ी थी जितनी कि आज है। अब 2 साल से भी अधिक समय बीत गया है, लेकिन मानवता का कोरोना वायरस के विरुद्ध संघर्ष अभी भी जारी है। इस महामारी में हजारों लोगों को जान से हाथ धोना पड़ा है। पूरे विश्व की अर्थव्यवस्था पर आघात हुआ है। विश्व समुदाय को अभूतपूर्व विपदा का सामना करना पड़ा है। नित नए रूपों में यह वायरस नए संकट प्रस्तुत करता रहा है। यह स्थिति मानव जाति के लिए एक असाधारण चुनौती बनी हुई है। महामारी का सामना करना भारत में अपेक्षाकृत अधिक कठिन होना ही था। हमारे देश में जनसंख्या का घनत्व बहुत ज़्यादा है और विकासशील अर्थव्यवस्था होने के नाते हमारे पास इस अदृश्य शत्रु से लड़ने के लिए उपयुक्त स्तर पर बुनियादी ढांचा तथा आवश्यक संसाधन पर्याप्त मात्रा में उपलब्ध नहीं थे। लेकिन ऐसे कठिन समय में ही किसी राष्ट्र की संघर्ष करने की क्षमता निखरती है। मुझे यह कहते हुए गर्व का अनुभव होता है कि हमने कोरोना वायरस के खिलाफ
असाधारण दृढ़ संकल्प और कार्य क्षमता का प्रदर्शन किया है। पहले वर्ष के दौरान ही हमने स्वास्थ्य सेवा के बुनियादी ढांचे को विस्तृत तथा मजबूत बनाया और दूसरे देशों की मदद के लिए भी आगे बढ़े। दूसरे वर्ष तक हमने स्वदेशी टीके विकसित कर लिए और विश्व इतिहास में सबसे बड़ा टीकाकरण अभियान शुरू कर दिया। यह अभियान तेज गति से आगे बढ़ रहा है। हमने अनेक देशों को वैक्सीन तथा चिकित्सा संबंधी अन्य सुविधाएं प्रदान कराई हैं। भारत के इस योगदान की वैश्विक संगठनों ने सराहना की है। दुर्भाग्य से संकट की स्थितियां आती रही हैं क्योंकि वायरस अपने बदलते स्वरूपों में वापसी करता रहा है। अनगिनत परिवार भयानक विपदा के दौर से गुजरे हैं। हमारी सामूहिक पीड़ा को व्यक्त करने के लिए मेरे पास शब्द नहीं हैं, लेकिन एकमात्र सांत्वना इस बात की है कि बहुत से लोगों की जान बचाई जा सकी है। महामारी का प्रभाव अभी भी व्यापक स्तर पर बना हुआ है, अतः हमें सतर्क रहना चाहिए और अपने बचाव में तनिक भी ढील नहीं देनी चाहिए। हमने अब तक जो सावधानियां बरती हैं उन्हें जारी रखना है। मास्क पहनना और सोशल डिस्टेंसिंग बनाए रखना कोविड अनुरूप व्यवहार के अनिवार्य अंग रहे हैं। कोविड महामारी के खिलाफ लड़ाई में वैज्ञानिकों और विशेषज्ञों द्वारा बताई गई सावधानियों का पालन करना आज हर देशवासी का राष्ट्र धर्म बन गया है। यह राष्ट्र धर्म हमें तब तक निभाना ही है जब तक यह संकट दूर नहीं हो जाता। संकट की इस घड़ी में हमने यह देखा है कि कैसे हम सभी देशवासी एक परिवार की तरह आपस में जुड़े हुए हैं। सोशल डिस्टेंसिंग के कठिन दौर में हम सब ने एक दूसरे के साथ निकटता का अनुभव किया है। हमने महसूस किया है कि हम एक दूसरे पर कितना निर्भर करते हैं। प्यारे देशवासियों, हमारी सभ्यता प्राचीन है, परंतु हमारा यह गणतंत्र नवीन है। राष्ट्र निर्माण हमारे लिए निरंतर चलने वाला एक अभियान है। जैसा एक परिवार में होता है वैसे ही एक राष्ट्र में भी होता है कि एक पीढ़ी अगली पीढ़ी का बेहतर भविष्य सुनिश्चित करने के लिए कड़ी मेहनत करती है। जब हमने आज़ादी हासिल की थी उस समय तक औपनिवेशिक शासन के शोषण ने हमें घोर गरीबी की स्थिति में डाल दिया था, लेकिन उसके बाद के 75 वर्षों में हमने प्रभावशाली प्रगति की है। अब युवा पीढ़ी के स्वागत में अवसरों के नए द्वार खुल रहे हैं। हमारे युवाओं ने इन अवसरों का लाभ उठाते हुए सफलता के नए प्रतिमान स्थापित किए हैं। मुझे विश्वास है कि इसी ऊर्जा, आत्मविश्वास और उद्यमशीलता के साथ हमारा देश प्रगति पथ पर आगे बढ़ता रहेगा तथा अपनी क्षमताओं के अनुरूप विश्व समुदाय में अपना अग्रणी स्थान अवश्य प्राप्त करेगा। मैं आप सभी को पुनः गणतंत्र दिवस की हार्दिक शुभकामनाएं देता हूं। धन्यवाद। ਚੋਣਾਂ ਦੀ ਗੱਲ ਕਰ ਲਈਏ ਤਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜਿਆ ਹੈ ਕਿ ਜਿਹੜੀਆਂ ਚੋਣ ਖੈਰਾਤਾਂ ਵੰਡਣ ਦਾ ਐਲਾਨ ਕਰਦੀਆਂ ਨੇ ਸਿਆਸੀ ਪਾਰਟੀਆਂ ਲੋਕਾਂ ਦੇ ਪੈਸੇ ਵਿੱਚੋਂ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਰੱਦ ਹੋਣੀ ਚਾਹੀਦੀ ਹੈ, ਉਹਨਾਂ ਦੇ ਚੋਣ ਨਿਸ਼ਾਨ ਜ਼ਬਤ ਹੋਣੇ ਚਾਹੀਦੇ ਨੇ। ਤੇ ਬੜੀ ਅਹਿਮ ਗੱਲ ਰਹੀ ਕਿ ਜਿਸ ਨੇ ਪਟੀਸ਼ਨ ਪਾਈ ਹੈ ਵਕੀਲ ਨੇ ਉਸਨੇ ਪੰਜਾਬ ਦੀ ਉਦਾਹਰਣ ਦਿੱਤੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਔਰਤਾਂ ਨੂੰ 1000 ਰੁਪਏ ਦੇਣ ਦੀ ਪੇਸ਼ਕਸ਼ ਕਰਦੀ ਹੈ ਤਾਂ ਦੂਸਰੀ ਪਾਰਟੀ 2000 ਦੀ ਪੇਸ਼ਕਸ਼ ਕਰ ਦਿੰਦੀ ਹੈ। ਇਸੇ ਤਰ੍ਹਾਂ ਚੋਣਾਂ ਹੋਈਆਂ ਤਾਂ ਇਹ ਪੈਸਾ ਆਖਿਰ ਦੇ ਕੌਣ ਰਿਹਾ? ਪਟੀਸ਼ਨਕਰਤਾ ਨੇ ਕਿਹਾ ਕਿ ਕਈ ਸੂਬਿਆਂ ਸਿਰ ਤਾਂ ਵੱਡਾ ਕਰਜ਼ਾ ਹੈ ਤੇ ਪਾਰਟੀਆਂ ਅਜਿਹੇ ਵਾਅਦੇ ਕਰ ਰਹੀਆਂ ਨੇ। ਪੰਜਾਬ ਦੀ ਉਦਾਹਰਣ ਦਿੰਦਿਆਂ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਸਿਰ 1,82,000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਉੱਥੇ ਅਜਿਹੇ ਵਾਅਦੇ ਕੀਤੇ ਜਾ ਰਹੇ ਨੇ। ਸੋ ਦੇਖਦੇ ਹਾਂ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਦੀ ਪਾਲਣਾ ਸਰਕਾਰ ਤੇ ਚੋਣ ਕਮਿਸ਼ਨ ਕਿੰਨੀ ਕੁ ਕਰਦੇ ਨੇ। ਉਧਰ ਹਾਈ ਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ ਤੇ 3 ਦਿਨ ਲਈ ਰੋਕ ਲਾ ਦਿੱਤੀ ਹੈ। ਮੋਹਾਲੀ ਪੁਲਿਸ ਨੇ ਮਜੀਠੀਆ ਦੀ ਰਿਹਾਇਸ਼ ਤੇ ਛਾਪਾ ਵੀ ਮਾਰਿਆ ਅੰਮ੍ਰਿਤਸਰ ਦੇ ਵਿੱਚ, ਪਰ ਮਜੀਠੀਆ ਲੱਭੇ ਨਹੀਂ। ਜਾਣਕਾਰੀ ਮਿਲੀ ਹੈ ਕਿ ਈਡੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਦੂਜਾ ਸਮਨ ਭੇਜ ਸਕਦੀ ਹੈ ਕਿਉਂਕਿ ਪਹਿਲੀ ਵਾਰੀ ਤਲਬ ਕਰਨ ਤੇ ਉਹ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਇਆ। ਹਨੀ ਨੂੰ ਇਸ ਤੋਂ ਪਹਿਲਾਂ ਈਡੀ ਨੇ ਮਨੀ ਲਾਂਡਰਿੰਗ ਕੇਸ ਵਿੱਚ 23 ਜਨਵਰੀ ਨੂੰ ਤਲਬ ਕੀਤਾ ਸੀ। ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਸਰੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਹਾਲਾਂਕਿ ਹਾਲੇ ਵੀ ਕਈ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਪਹਿਲੀ ਸੂਚੀ ਵਿੱਚ 86 ਅਤੇ ਦੂਸਰੀ ਸੂਚੀ ਦੇ ਵਿੱਚ 23 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਸੂਚੀ ਦੇ ਵਿੱਚ 9 SC ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਬੜੀ ਅਹਿਮ ਗੱਲ ਦੇਖਣ ਨੂੰ ਮਿਲੀ ਹੈ ਕਿ ਅਮਰਗੜ੍ਹ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਰੀਬੀ ਸਮੀਤ ਸਿੰਘ ਨੂੰ ਟਿਕਟ ਦਿੱਤੀ ਹੈ।
ਸਮੀਤ ਸਿੰਘ ਹੁਣ ਤੱਕ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਦੇ ਵਜੋਂ ਵਿਚਰਦੇ ਰਹੇ ਨੇ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਸਮੀਤ ਸਿੰਘ ਨੂੰ ਪੰਜਾਬ ਦਾ ਪ੍ਰਸ਼ਾਂਤ ਕਿਸ਼ੋਰ ਵੀ ਕਿਹਾ ਜਾਂਦਾ ਹੈ। ਦੂਸਰੀ ਸੂਚੀ ਦੇ ਵਿੱਚ ਅਸ਼ਵਨੀ ਸੇਖੜੀ ਨੂੰ ਬਟਾਲਾ ਤੋਂ ਟਿਕਟ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੀਪਿੰਦਰ ਸਿੰਘ ਢਿੱਲੋਂ ਡੇਰਾਬੱਸੀ ਅਤੇ ਦਰਬਾਰਾ ਸਿੰਘ ਸ਼ੁਤਰਾਣਾ ਤੋਂ ਕਾਂਗਰਸ ਦੇ ਵੱਲੋਂ ਚੋਣ ਲੜਨਗੇ। ਕੁਲਦੀਪ ਸਿੰਘ ਵੈਦ ਗਿੱਲ ਤੋਂ ਚੋਣ ਲੜਨਗੇ ਅਤੇ ਸਰਦੂਲਗੜ੍ਹ ਹਲਕੇ ਤੋਂ ਇਸ ਵਾਰੀ ਅਜੀਤਿੰਦਰ ਸਿੰਘ ਮੋਫਰ ਦੇ ਪੁੱਤਰ ਬਿਕਰਮ ਸਿੰਘ ਮੋਫਰ ਨੂੰ ਟਿਕਟ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਪੰਜਾਬ ਮਾਡਲ ਦੀ ਗੱਲ ਕਰਦੇ ਨੇ। ਸਭ ਦੇ ਮਨ 'ਚ ਸਵਾਲ ਇਹ ਉੱਠ ਰਿਹਾ ਸੀ ਕਿ ਕੀ ਪੰਜਾਬ ਮਾਡਲ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਤਾਂ ਕੱਲ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪੰਜਾਬ ਮਾਡਲ ਤਹਿਤ 13 ਨੁਕਾਤੀ ਏਜੰਡਾ ਦਿੱਤਾ ਹੈ ਉਸ ਨੂੰ ਪਾਰਟੀ ਦੇ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਏਗਾ। ਜਲੰਧਰ ਪਹੁੰਚੇ ਹੋਏ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਵੀ ਪੰਜਾਬ ਮਾਡਲ ਪੇਸ਼ ਕੀਤਾ। ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸੌਖਿਆਂ ਹੱਲ ਕਰਨ ਦੇ ਲਈ ਅਸੀਂ ਟ੍ਰਿਬਿਊਨਲ ਬਣਾਵਾਂਗੇ। ਉਹਨਾਂ ਇਹ ਵੀ ਵਾਅਦਾ ਕੀਤਾ ਕਿ ਜੇ ਕਾਂਗਰਸ ਸੱਤਾ ਦੇ ਵਿੱਚ ਮੁੜ ਆਈ ਤਾਂ 4 ਖੇਡ ਅਕੈਡਮੀਆਂ ਬਣਨਗੀਆਂ, ਜਿਨ੍ਹਾਂ ਵਿੱਚੋਂ 2 ਮਾਲਵੇ ਵਿੱਚ, 1 ਮਾਝੇ ਤੇ 1 ਦੁਆਬੇ ਦੇ ਵਿੱਚ ਹੋਵੇਗੀ। ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਤੇ ਵਿਧਾਨ ਸਭਾ ਦਾ ਇਜਲਾਸ 100 ਦਿਨ ਦਾ ਚੱਲੇਗਾ ਅਤੇ ਇਸ ਦੀ ਸਾਰੀ ਕਾਰਵਾਈ ਸਰਕਾਰ ਦੇ ਟੀਵੀ ਤੇ ਪ੍ਰਸਾਰਿਤ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਨੇ ਬਾਕੀ ਰਹਿੰਦੇ 6 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੀਜੇਪੀ ਦੇ ਨਾਲ ਗੱਠਜੋੜ ਕਰਨ ਵਾਲੀ ਪਾਰਟੀ ਨੇ ਵੀ 2 ਹੋਰ ਉਮੀਦਵਾਰ ਐਲਾਨ ਦਿੱਤੇ ਨੇ। ਉਧਰ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਆਮਦਨ ਕਰ ਵਿਭਾਗ ਦੇ ਡਾਇਰੈਕਟੋਰੇਟ ਆਫ ਇਨਵੈਸਟੀਗੇਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਨੇ। ਇਸ ਦੇ ਲਈ ਜਲੰਧਰ ਦੇ ਵਿੱਚ 24 ਘੰਟੇ 7 ਦਿਨ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਟੋਲ ਫ੍ਰੀ ਨੰਬਰ ਵੀ ਦਿੱਤਾ ਗਿਆ ਹੈ 1800345145 ਇਹ ਨੰਬਰ ਜਾਰੀ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਤੇ ਲੋਕ ਨਕਦੀ ਜਾਂ ਹੋਰ ਕੀਮਤੀ ਵਸਤੂਆਂ ਜਿਸ ਦੀ ਵਰਤੋਂ ਚੋਣ ਪ੍ਰਕਿਰਿਆ ਨੂੰ ਅਣਉਚਿਤ ਤੌਰ ਤੇ ਪ੍ਰਭਾਵਿਤ ਕਰਨ ਲਈ ਕੀਤੀ ਜਾ ਸਕਦੀ ਹੈ ਉਹਦੇ ਨਾਲ ਸੰਬੰਧਿਤ ਖਾਸ ਜਾਣਕਾਰੀ ਦੇ ਸਕਦੇ ਨੇ ਤੇ ਸ਼ਿਕਾਇਤ ਕਰਨ ਵਾਲਿਆਂ ਦੀ ਜਿਹੜੀ ਜਾਣਕਾਰੀ ਹੈ ਉਹ ਗੁਪਤ ਰੱਖੀ ਜਾਵੇਗੀ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਬੰਧਿਤ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਟੀਮਾਂ ਲਾਈਆਂ ਗਈਆਂ ਨੇ, ਜਿਨ੍ਹਾਂ ਵਿੱਚ 80 ਅਧਿਕਾਰੀ ਤੇ ਇੰਸਪੈਕਟਰ ਵੀ ਤਾਇਨਾਤ ਕੀਤੇ ਗਏ ਨੇ। ਸੋ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਲੀਡਰ ਕਾਲੇ ਧਨ ਦੀ ਵਰਤੋਂ ਕਰਦੇ ਫੜੇ ਗਏ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੇ ਵੀ ਕੱਲ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਿਰਸਾ ਦੇ ਵਿੱਚ ਡੇਰਾ ਸਿਰਸਾ ਦੇ ਦੂਸਰੇ ਗੱਦੀ ਨਸ਼ੀਨ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਡੇਰੇ ਵਿੱਚ ਕੱਲ ਵੱਡਾ ਇਕੱਠ ਹੋਇਆ। ਇਸ ਮੌਕੇ ਡੇਰਾ ਪ੍ਰੇਮੀਆਂ ਤੋਂ ਇਲਾਵਾ ਪੰਜਾਬ ਦੇ ਕਈ ਸਿਆਸੀ ਲੀਡਰਾਂ ਨੇ ਵੀ ਹਾਜ਼ਰੀ ਲਵਾਈ। ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਜ਼ਾਬਤੇ ਦੀ ਪਾਲਣਾ ਕਰਵਾਉਣ ਦੇ ਲਈ ਉਮੀਦਵਾਰਾਂ ਤੇ ਤਿੱਖੀ ਨਜ਼ਰ ਵੀ ਰੱਖੀ ਜਾ ਰਹੀ ਹੈ। ਚੋਣ ਜ਼ਾਬਤੇ ਦੀ ਪਾਲਣਾ ਲਈ ਨਿਗਰਾਨ ਦਸਤੇ ਕਾਇਮ ਕੀਤੇ ਗਏ ਨੇ। ਇਹਨਾਂ ਦਸਤਿਆਂ ਨੂੰ ਦਿੱਤੇ ਗਏ ਵਾਹਨਾਂ ਤੇ 360 ਡਿਗਰੀ ਕੈਮਰੇ ਲੱਗੇ ਹੋਏ ਨੇ। ਕੈਮਰਿਆਂ ਦਾ ਸੰਪਰਕ ਚੋਣ ਕਮਿਸ਼ਨ ਦੇ ਮੁਹਾਲੀ ਸਥਿਤ ਸੂਬਾਈ ਦਫ਼ਤਰ ਦੇ ਨਾਲ ਜੁੜਿਆ ਹੋਇਆ ਹੈ। ਚੋਣ ਨਿਗਰਾਨ ਦਸਤਿਆਂ ਦੇ ਵੱਲੋਂ ਸਰਕਾਰੀ ਜਾਇਦਾਦਾਂ ਤੇ ਲਾਈ ਗਈ ਪ੍ਰਚਾਰ ਸਮੱਗਰੀ ਅਤੇ ਸੜਕਾਂ ਦੇ ਕਿਨਾਰੇ ਲੱਗੇ ਬੋਰਡ ਉਤਾਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਸਿਆਸੀ ਘਮਸਾਨ ਮਚਿਆ ਸੀ ਉਸ ਦੇ ਵਿੱਚ ਇੱਕ ਹੋਰ ਅਪਡੇਟ ਹੋਈ ਹੈ। ਹਲਕਾ ਡਕਾਲਾ ਯਾਨੀ ਸਨੌਰ ਤੋਂ 8 ਵਾਰੀ ਚੋਣ ਲੜ ਕੇ 6 ਵਾਰੀ ਵਿਧਾਇਕ ਰਹੇ ਤੇ ਕਈ ਮਹਿਕਮਿਆਂ ਦੇ ਵਜ਼ੀਰ ਰਹੇ ਲਾਲ ਸਿੰਘ ਨੇ ਹੁਣ ਪਟਿਆਲਾ ਸ਼ਹਿਰ ਦੀ ਟਿਕਟ ਤੇ ਅੱਖ ਰੱਖੀ ਹੋਈ ਹੈ। ਭਾਵੇਂ ਕਿ ਦੂਸਰੀ ਸੂਚੀ ਦੇ ਵਿੱਚ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਲਾਲ ਸਿੰਘ ਨੇ ਇੱਛਾ ਜਤਾਈ ਹੈ ਕਿ ਜੇ ਹਾਈਕਮਾਨ ਮੈਨੂੰ ਮੌਕਾ ਦੇਵੇ ਤਾਂ ਮੋਤੀ ਮਹਿਲ ਦੀ ਸਰਦਾਰੀ ਖਤਮ ਕਰ ਦੇਵਾਂਗਾ। ਯਾਨੀ ਕਿ ਲਾਲ ਸਿੰਘ ਕੈਪਟਨ ਵਿਰੁੱਧ ਚੋਣ ਲੜਨ ਦੇ ਲਈ ਤਿਆਰ ਨੇ। ਉਧਰ ਸੁਖਬੀਰ ਬਾਦਲ ਵੀ ਚੈਲੰਜ ਕਰ ਰਹੇ ਨੇ ਕਿ ਜੇ ਬਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਵੀ ਸਬੂਤ ਮਿਲਿਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਸੁਖਬੀਰ ਬਾਦਲ ਨੇ ਵੀ ਸਵਾਲ ਚੁੱਕੇ ਕਿ ਸਿੱਧੂ ਮੂਸੇਵਾਲੇ ਦੇ ਖਿਲਾਫ ਵੀ ਪਰਚਾ ਹੋਇਆ ਹੈ, ਸਿਮਰਜੀਤ ਬੈਂਸ ਖਿਲਾਫ ਵੀ ਕੇਸ ਦਰਜ ਹੋਇਆ ਹੈ, ਬਾਵਜੂਦ ਇਸ ਤੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ। ਮਜੀਠੀਆ ਦੇ ਖਿਲਾਫ ਸਿਰਫ ਤੇ ਸਿਰਫ ਸਿਆਸੀ ਕਿੜ ਕੱਢੀ ਜਾ ਰਹੀ ਹੈ। ਚੰਗੀ ਗੀਤਕਾਰੀ ਦੇ ਨਾਲ ਪੰਜਾਬੀ ਗਾਇਕੀ 'ਚ ਨਾਮਣਾ ਖੱਟਣ ਵਾਲੇ ਗੀਤਕਾਰ ਦੇਵ ਥਰੀਕੇ ਵਾਲਿਆਂ ਦਾ ਕੱਲ ਦੇਹਾਂਤ ਹੋ ਗਿਆ। ਪੰਜਾਬੀ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅੱਗੇ ਖਬਰਾਂ ਦੇ ਵਿਸਥਾਰ ਵਿੱਚ ਅਸੀਂ ਦੇਵ ਥਰੀਕਿਆਂ ਵਾਲਿਆਂ ਦੇ ਜੀਵਨ ਬਾਰੇ ਕੁਝ ਅਹਿਮ ਪੱਖ ਤੁਹਾਨੂੰ ਦੱਸਾਂਗੇ। ਪੰਜਾਬੀ ਸਾਹਿਤ ਅਕਾਦਮੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਨੇ। ਸਾਹਿਤ ਅਕਾਦਮੀ ਦੀਆਂ 2 ਸਾਲਾ ਚੋਣਾਂ ਭਾਵੇਂ 30 ਜਨਵਰੀ ਨੂੰ ਹੋਣੀਆਂ ਨੇ, ਪਰ ਡਾਕਟਰ ਲਖਵਿੰਦਰ ਸਿੰਘ ਜੌਹਲ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਨੇ। ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਸਖਤ ਮੁਕਾਬਲਾ ਹੋਣ ਦੀ ਹੁਣ ਸੰਭਾਵਨਾ ਹੈ। ਮੌਜੂਦਾ ਸਮੇਂ 'ਚ ਵੱਖ-ਵੱਖ ਅਹੁਦਿਆਂ ਦੇ ਲਈ 25 ਉਮੀਦਵਾਰ ਮੈਦਾਨ ਦੇ ਵਿੱਚ ਨੇ। ਚੋਣਾਂ 30 ਜਨਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਜਲੰਧਰ ਦੇ ਵਿੱਚ ਕੱਲ ਦੇਸ਼ ਭਗਤ ਯਾਦਗਾਰ ਕਮੇਟੀ ਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਏ ਗਏ ਸਮਾਗਮ ਦੇ ਵਿੱਚ ਮਨੁੱਖੀ ਅਧਿਕਾਰਾਂ ਤੇ ਹਮਲਿਆਂ ਖਿਲਾਫ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੇ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।
ਇੱਥੇ ਪਹੁੰਚੇ ਲੋਕਾਂ ਨੇ ਗਦਰੀ ਬਾਬਿਆਂ ਦੇ ਦਰਸਾਏ ਲੋਕ ਸੰਘਰਸ਼ ਦੀ ਰਾਹ ਤੇ ਚੱਲਣ ਦੀ ਅਪੀਲ ਕੀਤੀ। ਅੱਜ ਗਣਤੰਤਰ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਭਾਰਤ ਸਰਕਾਰ ਨੇ ਮੁਲਕ ਦੇ 4 ਸਭ ਤੋਂ ਵੱਡੇ ਨਾਗਰਿਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਵੱਲੋਂ ਮਨਜ਼ੂਰਸ਼ੁਦਾ ਸੂਚੀ ਮੁਤਾਬਿਕ 128 ਜਣਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੂਚੀ ਦੇ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਤੇ 107 ਪਦਮ ਸ੍ਰੀ ਪੁਰਸਕਾਰ ਸ਼ਾਮਿਲ ਨੇ। ਪੰਜਾਬੀ ਲੋਕ ਗਾਇਕਾ ਮਰਹੂਮ ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਏਗਾ। 45 ਸਕਿੰਟ ਤੱਕ ਲੰਬੀ ਹੇਕ ਲਾਉਣ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਪਿਛਲੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਪਿਛਲੇ ਦਿਨੀ ਜਹਾਜ਼ ਹਾਦਸੇ ਵਿੱਚ ਮਾਰੇ ਗਏ ਵਿਪਨ ਰਾਵਤ ਨੂੰ ਵੀ ਪਦਮ ਵਿਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਪੰਜਾਬ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਦੱਸਦੇ ਹਾਂ। ਪਿਛਲੇ ਲਗਾਤਾਰ 3 ਦਿਨਾਂ ਤੱਕ ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਹਟ ਕੇ ਪੈ ਰਹੇ ਮੀਂਹ ਨੇ ਜਨਜੀਵਨ ਨੂੰ ਪ੍ਰਭਾਵਿਤ ਜ਼ਰੂਰ ਕੀਤਾ, ਪਰ ਮੰਗਲਵਾਰ ਨੂੰ ਮੌਸਮ ਤਕਰੀਬਨ ਸਾਫ਼ ਹੋਇਆ ਹੈ। ਬੱਦਲਵਾਈ ਭਾਵੇਂ ਦਿਖ ਰਹੀ ਹੈ, ਮੀਂਹ ਕਿਸੇ ਵੀ ਵੇਲੇ ਪੈਣ ਦੀ ਸੰਭਾਵਨਾ ਬਣੀ ਰਹੀ, ਪਰ ਮੀਂਹ ਨਹੀਂ ਪਿਆ। ਪਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਰਹੀ। ਘੱਟੋ-ਘੱਟ ਤਾਪਮਾਨ ਆਮ ਦੇ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਸ਼ਿਮਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਵੱਧ ਗਈ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਹਫ਼ਤੇ ਮੌਸਮ ਸਾਫ਼ ਰਹੇਗਾ, ਪਰ ਸੀਤ ਲਹਿਰ ਚੱਲਦੀ ਰਹੇਗੀ। ਪਹਾੜੀ ਇਲਾਕੇ ਦੇ ਵਿੱਚ ਪਈ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਸੀਤ ਲਹਿਰਾਂ ਚੱਲਣਗੀਆਂ, ਜਿਸ ਕਰਕੇ ਠੰਡ ਹੋਰ ਵੱਧ ਸਕਦੀ ਹੈ ਤੇ ਵੱਧ ਵੀ ਰਹੀ ਹੈ। ਤੁਸੀਂ ਸਾਰੇ ਮਹਿਸੂਸ ਵੀ ਕਰ ਰਹੇ ਹੋਵੋਗੇ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਦਿੱਤੀ ਗਈ ਹੈ। ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਜ਼ਰੂਰ ਦਿੱਤੀਆਂ ਨੇ, ਪਰ ਜੇ ਹੁਣ ਹੋਰ ਮੀਂਹ ਪੈਂਦਾ ਹੈ ਤਾਂ ਇਹ ਮੁਸ਼ਕਿਲਾਂ ਵੱਡੀ ਮੁਸੀਬਤ ਬਣ ਸਕਦੀਆਂ ਨੇ। ਤੇ ਜੇ ਹੁਣ ਧੁੱਪ ਨਿਕਲ ਆਉਂਦੀ ਹੈ, ਜਿਵੇਂ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਹਫ਼ਤੇ ਮੌਸਮ ਸਾਫ਼ ਹੋ ਜਾਊਗਾ, ਤੇ ਜੇ ਧੁੱਪ ਨਿਕਲ ਆਉਂਦੀ ਹੈ, ਪਾਣੀ ਸੁੱਕ ਜੂ ਕਣਕਾਂ ਦੇ ਵਿੱਚ ਖੜਾ, ਤਾਂ ਕਣਕ ਬਚ ਸਕਦੀ ਹੈ। ਨਹੀਂ ਤਾਂ ਕਣਕ ਜਿਹੜੀ ਪੀਲੀ ਹੋਣੀ ਸ਼ੁਰੂ ਹੋ ਗਈ ਹੈ ਤੇ ਖਰਾਬੀ ਹੈ ਜਿਹੜੀ ਹੋ ਸਕਦੀ ਹੈ, ਜਿਵੇਂ ਪਿਛਲੇ ਦਿਨੀ ਮੀਂਹ ਨੇ ਸਬਜ਼ੀਆਂ ਦੀਆਂ ਫਸਲਾਂ ਨੂੰ ਮਾਰ ਦਿੱਤਾ। ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਕਿ ਕਿਸੇ ਨੂੰ ਅਣਮਿੱਥੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਸੁਪਰੀਮ ਕੋਰਟ ਨੇ ਜੇਲ੍ਹ ਨਹੀਂ, ਜ਼ਮਾਨਤ ਦੇ ਸਿਧਾਂਤ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਕੌਮੀ ਸੁਰੱਖਿਆ ਦੇ ਲਈ ਖਤਰੇ ਦਾ ਡਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਣਮਿੱਥੇ ਸਮੇਂ ਦੇ ਲਈ ਜੇਲ੍ਹ ਵਿੱਚ ਤੁਸੀਂ ਨਹੀਂ ਰੱਖ ਸਕਦੇ, ਗੈਰ ਕਾਨੂੰਨੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਆਧਾਰ ਤੇ ਅਣਮਿੱਥੇ ਸਮੇਂ ਲਈ ਜੇਲ੍ਹ 'ਚ ਨਹੀਂ ਡੱਕਿਆ ਜਾ ਸਕਦਾ ਕਿ ਜਾਂਚ ਏਜੰਸੀਆਂ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਅਟਕਲਾਂ ਦੇ ਆਧਾਰ ਤੇ ਵੱਡੀ ਸਾਜ਼ਿਸ਼ ਮੰਨਦੀਆਂ ਨੇ ਤੇ ਇਸ ਨੂੰ ਕੌਮੀ ਸੁਰੱਖਿਆ ਦੇ ਲਈ ਖਤਰਾ ਦੱਸਦੀਆਂ ਨੇ। ਸੋ ਸੁਪਰੀਮ ਕੋਰਟ ਦੇ ਵੱਲੋਂ ਤਾਂ ਬੜੀਆਂ ਅਹਿਮ ਟਿੱਪਣੀਆਂ ਆ ਰਹੀਆਂ ਨੇ, ਪਰ ਮਸਲਾ ਤਾਂ ਇਹ ਹੈ ਕਿ ਸੁਪਰੀਮ ਕੋਰਟ ਦੀ ਸੁਣਦਾ ਕੌਣ ਹੈ? ਕੀ ਸੁਪਰੀਮ ਕੋਰਟ ਦੇ ਕਹੇ ਦੇ ਉੱਤੇ ਅਸਰ ਕਰਦੀਆਂ ਨੇ ਸਰਕਾਰਾਂ, ਜਾਂ ਇਸ ਮੁਲਕ ਦਾ ਕਾਨੂੰਨ ਕਿੰਨਾ ਕੁ ਅਸਰ ਕਰਦਾ ਹੈ? ਕਿਉਂਕਿ ਸਾਡੇ ਮੁਲਕ ਦੇ ਵਿੱਚ ਅਜਿਹੇ ਬਹੁਤ ਸਾਰੇ ਕੇਸ ਹੋਣਗੇ, ਗਿਣੇ ਵੀ ਨਹੀਂ ਜਾ ਸਕਦੇ। ਜਦੋਂ ਕਿਸੇ ਵੀ ਬੰਦੇ ਨੂੰ ਫੜ ਲਿਆ ਜਾਂਦਾ ਹੈ ਮਾੜੇ ਮੋਟੇ ਸ਼ੱਕ ਦੇ ਆਧਾਰ ਤੇ, ਫਿਰ ਉਹਨੂੰ ਪਤਾ ਨਹੀਂ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਆਖਿਰਕਾਰ ਉਸਨੂੰ ਆ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਬੇਦੋਸ਼ਾ ਹੈ। ਜੇ ਆਪਾਂ ਲਖੀਮਪੁਰ ਖੀਰੀ ਕਤਲकांड ਦੀ ਗੱਲ ਕਰ ਲਈਏ ਤਾਂ ਪਿਛਲੇ ਸਮੇਂ ਦੇ ਵਿੱਚ 7 ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਹਿਰਾਸਤ ਦੇ ਵਿੱਚ ਲਿਆ ਗਿਆ, ਤੇ ਹੁਣ ਜਦੋਂ ਚਾਰਜ ਸ਼ੀਟ ਸੌਂਪੀ ਹੈ ਉੱਥੋਂ ਦੀ ਪੁਲਿਸ ਨੇ, ਦੂਸਰੀ ਸਿੱਟ ਨੇ, ਤਾਂ 4 ਕਿਸਾਨ ਤਾਂ ਮੁਲਜ਼ਮ ਪਾਏ ਗਏ ਨੇ, 3 ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਤੇ ਉਹਨਾਂ ਨੂੰ ਹੁਣ ਰਿਹਾ ਕੀਤੇ ਜਾਣ ਦੀ ਖਬਰ ਆਈ ਸੀ। ਸੋ ਉਹ ਜਿਹੜੇ ਦਿਨ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟੇ ਨੇ, ਉਹਦਾ ਕਸੂਰਵਾਰ ਕੌਣ ਹੈ, ਉਹਦਾ ਉਹਨਾਂ ਨੂੰ ਇਨਸਾਫ ਕਿੱਥੇ ਮਿਲੂਗਾ? ਸੋ ਇੱਥੇ ਸੁਪਰੀਮ ਕੋਰਟ ਦੀ ਟਿੱਪਣੀ ਬੜੀ ਅਹਿਮ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਨੂੰ ਆਕਸੀਜਨ ਦੇ ਦਿੱਤੀ ਹੈ। ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਲਈ ਖੁਸ਼ਖਬਰੀ ਹੈ ਕਿ NDPS ਕੇਸ ਦੀ ਕੁੜਿੱਕੀ ਵਿੱਚ ਫਸੇ ਮਜੀਠੀਆ ਦੀ ਚਾਹੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਸੋਮਵਾਰ ਨੂੰ, ਪਰ 3 ਦਿਨਾਂ ਤੱਕ ਮਜੀਠੀਆ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ। ਮਜੀਠੀਆ ਨੇ 7 ਦਿਨਾਂ ਤੱਕ ਗ੍ਰਿਫਤਾਰੀ ਤੇ ਰੋਕ ਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਕੇਸ ਪਾਉਣ ਦੀ ਮੋਹਲਤ ਮੰਗੀ ਸੀ, ਪਰ ਹਾਈ ਕੋਰਟ ਨੇ 7 ਦੀ ਥਾਂ 3 ਦਿਨਾਂ ਤੱਕ ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ਦੇ ਹੁਕਮ ਦਿੱਤੇ ਨੇ। ਸੋ ਹੁਣ ਪੰਜਾਬ ਦੀ ਪੁਲਿਸ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਅਦਾਲਤ ਨੇ ਮਜੀਠੀਆ ਨੂੰ 3 ਦਿਨਾਂ ਦੇ ਅੰਦਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਖਲ ਕਰਨ ਦੇ ਲਈ ਕਿਹਾ ਹੈ। ਮੋਹਾਲੀ ਪੁਲਿਸ ਨੇ ਮਜੀਠੀਆ ਦੇ ਖਿਲਾਫ NDPS ਦੀ ਧਾਰਾ 27 ਤੇ 29 ਤਹਿਤ ਕੇਸ ਦਰਜ ਕੀਤਾ ਸੀ, ਪਰ ਮਜੀਠੀਆ ਰੂਪੋਸ਼ ਹੋ ਗਿਆ ਸੀ। ਮੋਹਾਲੀ ਦੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਹੜੀ ਕਿ 24 ਦਸੰਬਰ ਨੂੰ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ 8 ਜਨਵਰੀ ਤੋਂ ਲੈ ਕੇ 24 ਜਨਵਰੀ ਤੱਕ ਜ਼ਮਾਨਤ ਦਿੱਤੀ, ਕੱਚੀ ਜ਼ਮਾਨਤ ਨਾਲ ਹੀ ਗ੍ਰਿਫਤਾਰੀ ਤੇ ਰੋਕ ਵੀ ਲਾਈ ਰੱਖੀ, ਪਰ ਆਖਿਰਕਾਰ 24 ਜਨਵਰੀ ਨੂੰ ਮਜੀਠੀਆ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ। ਤੇ ਜਿਵੇਂ ਹੀ ਫੈਸਲਾ ਆਇਆ, ਮਜੀਠੀਆ ਰੂਪੋਸ਼ ਹੋ ਗਏ ਸੀ। ਹਾਲਾਂਕਿ 24 ਜਨਵਰੀ ਦੀ ਰਾਤ ਨੂੰ ਕਈ ਹਿੱਸਿਆਂ ਦੇ ਵਿੱਚ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਖਬਰਾਂ ਚੱਲੀਆਂ ਕਿ ਮਜੀਠੀਆ ਗ੍ਰਿਫਤਾਰ ਹੋ ਚੁੱਕਿਆ ਹੈ,
ਪਰ ਸਾਡੀ ਪੁਖਤਾ ਜਾਣਕਾਰੀ ਇਹ ਦੱਸਦੀ ਰਹੀ ਕਿ ਮਜੀਠੀਆ ਗ੍ਰਿਫਤਾਰ ਨਹੀਂ ਹੋਇਆ ਤੇ ਉਹੀ ਗੱਲ ਸੱਚ ਨਿਕਲੀ ਕਿ ਮਜੀਠੀਆ ਰੂਪੋਸ਼ ਹੈ। ਪੁਲਿਸ ਉਸ ਨੂੰ ਟ੍ਰੇਸ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਸੀ, ਪਰ ਹੁਣ ਤਾਂ ਟ੍ਰੇਸ ਕਰਨ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ 3 ਦਿਨਾਂ ਤੱਕ, ਜਦੋਂ ਮਜੀਠੀਆ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਵੀ ਛਾਪੇਮਾਰੀ ਕੀਤੀ। ਮੁਹਾਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉੱਥੇ ਛਾਪੇਮਾਰੀ ਕੀਤੀ, ਪਰ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਪਤਾ ਹੋਵੇ ਇੱਕ ਮੁਲਜ਼ਮ ਨੂੰ ਕਿ ਮੇਰੀ ਜ਼ਮਾਨਤ ਰੱਦ ਹੋ ਗਈ ਹੈ ਤਾਂ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਠਹਿਰਦਾ। ਤੇ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਵੱਲੋਂ ਸੋਮਵਾਰ ਨੂੰ ਜ਼ਮਾਨਤ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਉਸਦੇ ਘਰ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਸਮੇਤ 6 ਥਾਵਾਂ ਤੇ ਨਸ਼ਿਆਂ ਦੇ ਮਾਮਲੇ 'ਚ ਫਸੇ ਮਜੀਠੀਆ ਦੀ ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਸਥਾਨਕ ਪੁਲਿਸ ਨੂੰ ਵੀ ਨਹੀਂ ਸੂਚਿਤ ਕੀਤਾ ਗਿਆ। ਹਾਲਾਂਕਿ ਰੇਡ ਦੇ ਵਿੱਚ ਟੀਮ ਨੂੰ ਕੋਈ ਸਫਲਤਾ ਨਹੀਂ ਮਿਲੀ। ਸੋ ਭਾਵੇਂ ਮਜੀਠੀਆ ਨੂੰ 3 ਦਿਨਾਂ ਦੀ ਮੋਹਲਤ ਮਿਲ ਗਈ ਹੈ, ਪਰ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ ਜ਼ਮਾਨਤ ਰੱਦ ਕਰਨ ਦਾ, ਉਸ ਦੇ ਨਾਲ ਮੁਲਜ਼ਮ ਮਜੀਠੀਆ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸੰਕਟ ਜ਼ਰੂਰ ਖੜਾ ਹੋ ਗਿਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਲੀਡਰ ਇਹੀ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਝੂਠੀ ਸਿਆਸਤ ਕਰ ਰਹੀ ਹੈ। ਝੂਠੇ ਕੇਸ ਵਿੱਚ ਮਜੀਠੀਆ ਨੂੰ ਫਸਾ ਕੇ ਕੁਝੀਆਂ ਚਾਲਾਂ ਚੱਲ ਰਹੀ ਹੈ। ਸੋ ਬਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਹੁਣ ਤਾਜ਼ਾ ਹਾਈ ਕੋਰਟ ਦੇ ਵੱਲੋਂ 3 ਦਿਨ ਗ੍ਰਿਫਤਾਰੀ ਤੇ ਰੋਕ ਲਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਚੈਲੰਜ ਕੀਤਾ ਕਿ ਜੇ ਬਿਕਰਮ ਮਜੀਠੀਆ ਦੋਸ਼ੀ ਨਿਕਲਿਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਇਹ ਵੱਡਾ ਚੈਲੰਜ ਕੀਤਾ ਹੈ ਸੁਖਬੀਰ ਬਾਦਲ ਨੇ। ਮੈਂ ਇੰਨਾ ਕਹਿਣਾ ਚਾਹਣਾ, ਮੈਂ ਨਹੀਂ ਕਹਿ ਰਿਹਾ ਬਿਕਰਮ ਮਜੀਠਾ ਮੇਰੇ ਰਿਸ਼ਤੇਦਾਰ ਹੈ ਇਸ ਕਰਕੇ ਕਹਿ ਰਿਹਾ, ਪਰ ਮੈਂ ਸੁਖਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ, ਜੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਕੋਈ ਲਿਆ ਦੇ ਡਰੱਗਸ ਦਾ, ਸੁਖਬੀਰ ਸਿੰਘ ਬਾਦਲ ਸਿਆਸਤ ਛੱਡ ਦੂਗਾ। ਆ ਸਾਰਾ ਕੁਝ ਝੂਠ ਤੇ ਫਰੇਬ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਅੱਗੇ ਹੋ ਕੇ ਇਹਨਾਂ ਸੈਂਡ ਮਾਫੀਆ ਮੁੱਖ ਮੰਤਰੀ ਤੇ ਦੂਜੇ ਨਵਜੋਤ ਸਿੱਧੂ ਦੇ ਖਿਲਾਫ ਲੜਾਈ ਲੜੀ। ਇਹਨਾਂ ਦਾ ਇੱਕੋ ਇੱਕ ਮਨ ਹੈ, ਕਿਵੇਂ ਨਾ ਕਿਵੇਂ ਇਹਨੂੰ ਅੰਦਰ ਕਰਨਾ, ਬਾਅਦ ਦੇਖੀ ਜਾਊਗੀ। ਇੱਕ ਵੀ ਸਬੂਤ ਇਹਨਾਂ ਕੋਲੇ ਨਹੀਂ। ਕੋਈ ਪੰਜਾਬ ਦਾ ਬੰਦਾ ਇੱਕ ਵੀ ਸਬੂਤ ਦੇ ਦੇ ਤੇ ਅਸੀਂ ਸਿਆਸਤ ਛੱਡ ਦਾਂਗੇ। ਸੁਖਬੀਰ ਬਾਦਲ ਦੇ ਪ੍ਰੈਸ ਕਾਨਫਰੰਸ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਸ ਦੇ ਵਿੱਚ ਮਜੀਠੀਆ ਦੇ ਬਾਰੇ ਹੀ ਜਿਹੜੀ ਬਿਆਨਬਾਜ਼ੀ ਹੈ ਉਹਨਾਂ ਨੇ ਕੀਤੀ ਹੈ। ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਕੀ ਲਿੰਕ ਨੇ, ਉਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਬੋਲ ਰਹੇ ਸੀ। ਲੱਖਾਂ ਮਾਵਾਂ ਦੀਆਂ ਅਰਦਾਸਾਂ ਦੇ ਨਾਲ ਮੈਨੂੰ ਇਹ ਜ਼ਮਾਨਤ ਮਿਲੀ ਆ ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਭੇਟ ਚੜ ਗਏ, ਉਹਨਾਂ ਦੀਆਂ ਮਾਵਾਂ ਦੀ ਬਦਅਸੀਸ ਕਰਕੇ ਅੱਜ ਉਹਦੀ ਬੇਲ ਕੈਂਸਲ ਹੋਈ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜੋ ਜੱਜਮੈਂਟ ਆਈ ਆ ਉਹਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਗਵਰਨਮੈਂਟ ਨੇ ਜਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਜਿਸ ਵੇਲੇ ਇਹਨਾਂ ਸਰਦਾਰ ਸਾਹਿਬ ਨੇ ਪੈਰ ਪਾਏ, ਉਸ ਵੇਲੇ ਤੋਂ ਬਾਅਦ ਇਸ ਪੰਜਾਬ ਦੇ ਵਿੱਚ ਚਿੱਟਾ ਵੀ ਆ ਗਿਆ, ਮਾਫੀਆ ਵੀ ਆ ਗਿਆ, ਕੇਬਲ ਮਾਫੀਆ ਵੀ ਆ ਗਿਆ, ਟਰਾਂਸਪੋਰਟ ਮਾਫੀਆ ਵੀ ਆ ਗਿਆ, ਹੋਰ ਸਾਰੇ ਮਾਫੀਆ ਜਿਹੜੇ ਲਿਆ ਕੇ ਤੇ ਔਰ ਲੋਕਾਂ ਨੂੰ ਜਿਹੜੀ ਜੱਜਮੈਂਟ ਆ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਵੀ ਇਸ ਮਸਲੇ ਤੇ ਆਪਣਾ ਬਿਆਨ ਜਾਰੀ ਕੀਤਾ ਹੈ ਕਿਉਂਕਿ ਮਜੀਠਾ ਹਲਕੇ ਦੇ ਨਾਲ ਸੰਬੰਧਿਤ ਨੇ, ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਉੱਥੋਂ ਦੇ ਹੀ ਹੈਗੇ ਨੇ ਲੀਡਰ, ਕਾਂਗਰਸ ਦੇ ਲੀਡਰ ਨੇ ਰਾਜਕੁਮਾਰ ਵੇਰਕਾ, ਅੰਮ੍ਰਿਤਸਰ ਨਾਲ ਸੰਬੰਧਿਤ ਨੇ, ਸੁਖੀ ਰੰਧਾਵਾ ਵੀ ਉਧਰ ਦੇ ਇਲਾਕੇ ਦੇ ਹੀ ਨੇ। ਸੋ ਇਹ ਧੜਾਧੜ ਬਿਆਨਬਾਜ਼ੀਆਂ ਕਰ ਰਹੇ ਨੇ। ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ, ਸੱਚ ਸਭ ਦੇ ਸਾਹਮਣੇ ਆ ਗਿਆ ਹੈ, ਇਸ ਤਰ੍ਹਾਂ ਹੋਣਾ ਹੀ ਸੀ, ਜੋ ਠੀਕ ਹੈ ਉਹ ਹੋ ਰਿਹਾ ਹੈ। ਜੇ ਕੋਈ ਦੋਸ਼ੀ ਹੈ, ਜੇ ਕੋਈ ਮੁਲਜ਼ਮ ਹੈ, ਉਸਨੇ ਕੁਝ ਕੀਤਾ ਹੈ ਤਾਂ ਹੀ ਉਸਦੇ ਖਿਲਾਫ ਕਾਰਵਾਈ ਹੋ ਰਹੀ ਹੈ। ਕਿ ਕਦੀ ਕਾਂਗਰਸ ਉੱਪਰ ਇਲਜ਼ਾਮ ਲੱਗਣੇ, ਕਦੀ ਕਹਿਣਾ ਕਿ ਇਹਨਾਂ ਦੀ ਮੈਚ ਫਿਕਸਿੰਗ ਹੈ, ਕਦੀ ਕਹਿਣਾ ਇਹ ਮਿਲੀ ਭੁਗਤ ਹੈ, ਲੇਕਿਨ ਕਾਨੂੰਨ ਹਮੇਸ਼ਾ ਆਪਣਾ ਕੰਮ ਕਰਦਾ ਹੈ ਤੇ ਕਾਨੂੰਨ ਦੇ ਵਿੱਚ ਦੇਰ ਹੋ ਸਕਦੀ ਹੈ, ਅੰਧੇਰ ਨਹੀਂ ਹੁੰਦਾ। ਉੱਪਰ ਵਾਲੇ ਦੀ ਲਾਠੀ ਬੜੀ ਬੇਆਵਾਜ਼ ਹੈ। ਹੁਣ ਸੁਖਬੀਰ ਬਾਦਲ ਜੀ ਕਹਿ ਰਹੇ ਹੈ ਕਿ ਨਕਲੀ FIR ਦੇ ਖਿਲਾਫ ਅਸੀਂ ਮੋਰਚਾ ਲਾਵਾਂਗੇ। ਭਾਈ ਹੁਣ ਅਸਲੀ ਹਾਈ ਕੋਰਟ ਨੇ ਰਿਜੈਕਟ ਕੀਤੀ ਹੈ। ਹਾਈ ਕੋਰਟ ਦੇ ਖਿਲਾਫ ਮੋਰਚਾ ਲਾਓਗੇ ਤੁਸੀਂ? ਕਾਨੂੰਨ ਆਪਣਾ ਕੰਮ ਕਰਦਾ ਹੈ। ਅਸੀਂ ਕੋਈ ਬਦਲਾਖੋਰੀ ਦੀ ਭਾਵਨਾ ਨਾਲ ਨਾ ਕੋਈ ਪਰਚਾ ਦਰਜ ਕੀਤਾ ਹੈ, ਨਾ ਕਰਾਂਗੇ। ਇਹ ਪਰਚਾ ਉਸ ਵਕਤ ਦਾ ਹੈ
ਸੁਖਬੀਰ ਬਾਦਲ ਜੀ ਜਦੋਂ ਤੁਸੀਂ ਹੋਮ ਮਿਨਿਸਟਰ ਸੀ। ਹੁਣ ਪਟਿਆਲਾ ਦੀ ਤੁਹਾਨੂੰ ਖਬਰ ਦੱਸ ਦਿੰਨੇ ਆ, ਜਿੱਥੇ ਸੋਮਵਾਰ ਦੀ ਸ਼ਾਮ ਨੂੰ ਕਾਲੀ ਦੇਵੀ ਮੰਦਿਰ ਦੇ ਵਿੱਚ ਕਥਿਤ ਤੌਰ ਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਪਟਿਆਲਾ ਬੰਦ ਦਾ ਸੱਦਾ ਦਿੱਤਾ ਗਿਆ। ਮੰਗਲਵਾਰ ਨੂੰ ਹਿੰਦੂ ਜਥੇਬੰਦੀਆਂ ਨੇ ਪਟਿਆਲੇ ਦੇ ਵੱਖ-ਵੱਖ ਬਾਜ਼ਾਰਾਂ ਨੂੰ ਬੰਦ ਕਰਵਾ ਦਿੱਤਾ ਸੀ। ਸਾਰਾ ਮਾਮਲਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਸੀ ਤੇ ਸਾਫ਼ ਦੇਖਿਆ ਜਾ ਸਕਦਾ ਸੀ ਕਿ ਇੱਕ ਵਿਅਕਤੀ ਮੰਦਿਰ ਵਿੱਚ ਲੱਗੀ ਕਾਲੀ ਮਾਤਾ ਦੀ ਮੂਰਤੀ ਵੱਲ ਵੱਧਦਾ ਹੈ ਤੇ ਮੂਰਤੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਦਰਮਿਆਨ ਮੰਦਿਰ ਦੇ ਪੁਜਾਰੀ ਦੇ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਵੀ ਦਿੱਤਾ ਹੈ ਅਤੇ ਪੁਲਿਸ ਦੇ ਮੁਤਾਬਿਕ ਨੌਜਵਾਨ ਦੀ ਪਛਾਣ ਹੋ ਗਈ ਹੈ। ਇਸ ਦਾ ਨਾਮ ਹਰਦੀਪ ਸਿੰਘ ਹੈ, ਜ਼ਿਲ੍ਹਾ ਪਟਿਆਲਾ ਦੇ ਹੀ ਇੱਕ ਪਿੰਡ ਦਾ ਵਾਸੀ ਹੈ। ਪੁਲਿਸ ਨੇ ਪਿੰਡ ਦਾ ਨਾਮ ਜਨਤਕ ਨਹੀਂ ਕੀਤਾ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕੇ। ਨੌਜਵਾਨ ਦੇ ਖਿਲਾਫ ਆਈਪੀਸੀ ਦੀ ਧਾਰਾ 295 ਏ ਅਤੇ 354 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਟਿਆਲਾ ਦੇ ਐਸਪੀ ਸਿਟੀ ਹਰਪਾਲ ਸਿੰਘ ਮੁਤਾਬਿਕ ਮਾਮਲੇ ਦੀ ਹਰ ਪਾਸਿਓਂ ਜਾਂਚ ਕੀਤੀ ਜਾ ਰਹੀ ਹੈ। ਹੋਰ ਪੁੱਛਗਿੱਛ ਤੇ ਹੋਰ ਜਾਂਚ ਦੇ ਲਈ ਪੁਲਿਸ ਦੀ ਇੱਕ ਟੀਮ ਨੂੰ ਪਿੰਡ 'ਚ ਉਹਦੇ ਘਰ ਵੀ ਭੇਜਿਆ ਗਿਆ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਕਾਲੀ ਮਾਤਾ ਮੰਦਿਰ ਵਿੱਚ ਹੋਈ ਕਥਿਤ ਬੇਅਦਬੀ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਦੀ ਨਿੰਦਾ ਕਰਦੇ ਹਾਂ, ਕਿਸੇ ਨੂੰ ਸੂਬੇ ਦਾ ਮਾਹੌਲ ਖਰਾਬ ਨਹੀਂ ਕਰਨ ਦੇਵਾਂਗੇ। ਮੈਂ ਸੂਬਾ ਸਰਕਾਰ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੀ ਹਾਂ। ਇਸੇ ਤਰ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਮਾਜਿਕ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਰ ਨਫ਼ਰਤ ਦੀ ਰਾਜਨੀਤੀ ਪੰਜਾਬ ਦੇ ਵਿੱਚ ਘੁਸਪੈਠ ਕਰ ਰਹੀ ਹੈ। ਫੁੱਟ ਪਾਊ ਤਾਕਤਾਂ ਪੰਜਾਬੀਅਤ ਦੇ ਆਰਥਿਕ ਸਮਾਜਿਕ ਤਾਣੇ ਬਾਣੇ ਨੂੰ ਕਦੇ ਵੀ ਵਿਗਾੜ ਨਹੀਂ ਸਕਦੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਜਿਹੀਆਂ ਘਟਨਾ ਵਾਪਰ ਰਹੀਆਂ ਨੇ ਉਸ ਤੇ ਕਿਹਾ ਹੈ ਕਿ ਮਾਸਟਰਮਾਈਂਡ ਕੋਈ ਹੋਰ ਬੰਦੇ ਨੇ। ਜਿੰਨੀਆਂ ਵੀ ਘਟਨਾਵਾਂ ਬੇਅਦਬੀ ਦੀਆਂ ਵਾਪਰ ਰਹੀਆਂ ਨੇ, ਪਹਿਲਾਂ ਸੱਚਖੰਡ ਤੇ ਦਰਬਾਰ ਸਾਹਿਬ, ਉਸ ਤੋਂ ਬਾਅਦ ਅੰਮ੍ਰਿਤਸਰ ਦੇ, ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ, ਇਹਨਾਂ ਦੇ ਮਾਸਟਰਮਾਈਂਡ ਕੋਈ ਇੱਕੋ ਹੀ ਬੰਦੇ ਨੇ। ਤੇ ਉਹ ਇਹ ਵੀ ਕਿਹਾ ਮਾਨ ਨੇ ਕਿ ਜੇ 2015 ਦੇ ਵਿੱਚ ਬਰਗਾੜੀ ਵਾਲੀ ਬੇਅਦਬੀ ਦੀ ਘਟਨਾ ਤੇ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਮਾਸਟਰਮਾਈਂਡ ਜੇਲ੍ਹ ਦੇ ਵਿੱਚ ਹੁੰਦੇ ਤੇ ਫਿਰ ਕਿਸੇ ਦੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਪੈਂਦੀ। ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਇਹਨਾਂ ਦੇ ਮਾਸਟਰਮਾਈਂਡ ਕੌਣ ਨੇ? ਮਾਸਟਰਮਾਈਂਡ ਕੋਈ ਹੋਰ ਨੇ, ਭੇਜੇ ਗਏ ਬੰਦੇ ਹੋਰ ਨੇ। ਜੇ ਕਿਤੇ 2015 ਦੇ ਵਿੱਚ ਬਰਗਾੜੀ ਵਾਲੀ ਘਟਨਾ ਤੇ ਸਖਤ ਕਾਰਵਾਈ ਹੁੰਦੀ, ਮਾਸਟਰਮਾਈਂਡ ਅੰਦਰ ਹੁੰਦੇ, ਮਿਸਾਲੀ ਸਜ਼ਾ ਹੁੰਦੀ, ਫਿਰ ਇਹੋ ਜਿਹਿਆਂ ਦੀ ਹਿੰਮਤ ਨਹੀਂ ਪੈਣੀ ਸੀ ਕਿਤੇ ਕਿ ਉਹ ਦੁਬਾਰਾ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦੇ। ਨਿੰਦਾ ਕਰਦੇ ਆ ਸਖਤ ਸ਼ਬਦਾਂ ਦੇ ਵਿੱਚ। ਅਮਨ ਅਮਾਨ ਰਹਿਣਾ ਚਾਹੀਦਾ ਸੂਬੇ 'ਚ, ਔਰ ਅਮਨ ਅਮਾਨ ਤਾਂ ਰਹੂਗਾ ਜੇ ਮਜ਼ਬੂਤ ਸਰਕਾਰ ਆਊਗੀ। ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕਿਆਂ ਵਾਲੇ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਜੀ ਹਾਂ, ਚੰਗੀ ਗੀਤਕਾਰੀ ਦੇ ਖੇਤਰ ਨੂੰ ਖੋਰਾ ਲੱਗਿਆ ਹੈ। ਪੰਜਾਬੀ ਗੀਤਕਾਰੀ ਦੇ ਬਾਬਾ ਬੋੜ ਦੇਵ ਥਰੀਕਿਆਂ ਵਾਲੇ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚੱਲ ਵਸੇ। ਉਹਨਾਂ ਦਾ ਅੰਤਿਮ ਸੰਸਕਾਰ 25 ਜਨਵਰੀ ਨੂੰ ਦੁਪਹਿਰੇ 2 ਵਜੇ ਦੇ ਕਰੀਬ ਪਿੰਡ ਥਰੀਕੇ ਵਿੱਚ ਕਰ ਦਿੱਤਾ ਗਿਆ। ਉਮਰ 82 ਸਾਲ ਦੀ ਸੀ। ਦੇਵ ਥਰੀਕੇ ਵਾਲੇ ਦਾ ਜਨਮ ਲੁਧਿਆਣਾ ਸ਼ਹਿਰ ਦੇ ਪਿੰਡ ਥਰੀਕੇ ਦੇ ਵਿੱਚ 19 ਸਤੰਬਰ 1940 ਨੂੰ ਹੋਇਆ ਸੀ। ਦੇਵ ਥਰੀਕਿਆਂ ਵਾਲੇ ਦਾ ਪੂਰਾ ਨਾਮ ਹਰਦੇਵ ਸਿੰਘ ਸੀ। ਪੰਜਾਬੀ ਸੰਗੀਤ ਜਗਤ ਦਾ ਇੱਕ ਵੱਡਾ ਸਤਿਕਾਰਿਤ ਨਾਮ ਸਨ ਦੇਵ ਥਰੀਕਿਆਂ ਵਾਲੇ। ਤੇ ਥਰੀਕੇ ਵਾਲਾ ਨੇ ਪੰਜਾਬੀ ਗਾਇਕੀ ਦੇ ਲਈ ਸੈਂਕੜੇ ਦੋਗਾਣੇ, ਕਲੀਆਂ, ਲੋਕ ਕਥਾਵਾਂ, ਢਾਡੀਵਾਰਾਂ ਤੇ ਕਿੱਸਿਆਂ ਸਣੇ 4 ਦਰਜਨ ਦੇ ਕਰੀਬ ਕਿਤਾਬਾਂ ਵੀ ਲਿਖੀਆਂ, ਯਾਨੀ ਕਿ 48 ਕਿਤਾਬਾਂ, 50 ਦੇ ਕਰੀਬ। ਪੇਸ਼ੇ ਵਜੋਂ ਸਕੂਲ ਮਾਸਟਰ ਦੇਵ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਹ ਆਪਣੇ ਅਧਿਆਪਕ ਗਿਆਨੀ ਹਰੀ ਸਿੰਘ ਦਿਲਬਰ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ ਸੀ। ਪਹਿਲਾਂ ਉਹ ਕਹਾਣੀਆਂ ਲਿਖਦੇ ਰਹੇ, ਉਹਨਾਂ ਦੀਆਂ 4 ਕਹਾਣੀਆਂ ਦੀਆਂ ਕਿਤਾਬਾਂ ਵੀ ਛਪੀਆਂ, ਪਰ ਬਾਅਦ ਵਿੱਚ ਗੀਤਕਾਰੀ ਕਰਨ ਲੱਗ ਪਏ ਸੀ। ਕੁਲਦੀਪ ਮਾਣਕ ਪੰਜਾਬੀ ਦੇ ਗਾਇਕ, ਉਸ ਤੋਂ ਬਾਅਦ ਸੁਰਿੰਦਰ ਕੌਰ, ਸੁਰਿੰਦਰ ਛਿੰਦਾ ਤੋਂ ਲੈ ਕੇ ਜੈਜ਼ੀ ਬੀ ਤੱਕ ਪੰਜਾਬੀਆਂ ਦੇ ਅਨੇਕਾਂ ਹੀ ਗਾਇਕ ਤੇ ਗਾਇਕਾਵਾਂ ਨੇ ਜਿਨ੍ਹਾਂ ਨੇ ਦੇਵ ਥਰੀਕਿਆਂ ਵਾਲੇ ਦੇ ਗੀਤ ਗਾਏ ਨੇ। ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਤੇ ਉਹ ਕਲੀਆਂ ਦੇਵ ਥਰੀਕਿਆਂ ਵਾਲੇ ਨੇ ਹੀ ਲਿਖੀਆਂ ਸਨ। ਤੇ ਅੱਜ ਨਾ ਹੀ ਤਾਂ ਕੁਲਦੀਪ ਮਾਣਕ ਰਹੇ ਨੇ, ਨਾ ਹੀ ਦੇਵ ਥਰੀਕਿਆਂ ਵਾਲੇ। ਦੇਵ ਥਰੀਕਿਆਂ ਵਾਲੇ ਅਕਸਰ ਕਹਿੰਦੇ ਸੀ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਮਾਸਟਰ ਹਰਦੇਵ ਸਿੰਘ ਤੋਂ ਦੇਵ ਬਣ ਜਾਵਾਂਗਾ। ਮੇਰੇ ਕੋਲ ਹੀ ਨਾ ਤਾਂ ਆਪਣੇ ਲਿਖੇ ਗੀਤਾਂ ਦੇ ਰਿਕਾਰਡ ਜਾਂ ਸੀਡੀਜ਼ ਨੇ, ਨਾ ਹੀ ਸਾਰੀਆਂ ਕਿਤਾਬਾਂ, ਪਰ ਜਦੋਂ ਲੋਕ ਇੰਨਾ ਮਾਣ ਦਿੰਦੇ ਨੇ ਤਾਂ ਮੈਂ ਸੋਚਦਾ ਕਿ ਮੈਂ ਸੱਚੀ ਮੁੱਚੀ ਕੁਝ ਚੰਗਾ ਤਾਂ ਜ਼ਰੂਰ ਕੀਤਾ ਹੋਊਗਾ। ਦੇਵ ਥਰੀਕੇ ਵਾਲਾ ਨੇ 37 ਸਾਲ ਅਧਿਆਪਕ ਵਜੋਂ ਸਰਕਾਰੀ ਨੌਕਰੀ ਕੀਤੀ। ਪੂਰਾ ਸਮਾਂ ਸਾਈਕਲ ਦੇ ਉੱਤੇ ਹੀ ਰਹਿੰਦੇ ਸੀ, ਸਕੂਲ ਵੀ ਸਾਈਕਲ ਤੇ ਜਾਂਦੇ ਸੀ। ਦੇਵ ਥਰੀਕੇ ਵਾਲਾ ਕਿਤਾਬਾਂ ਪੜ੍ਹਨ ਦੇ ਰਸੀਏ ਸਨ। ਕਈ
ਕਿਤਾਬਾਂ ਇੱਕ ਮਹੀਨੇ ਦੇ ਵਿੱਚ ਉਹ ਪੜ੍ਹ ਹੀ ਲੈਂਦੇ ਸੀ, ਯਾਨੀ ਕਿ ਇੱਕ ਮਹੀਨੇ 'ਚ ਕਈ ਕਿਤਾਬਾਂ ਪੜ੍ਹ ਦਿੰਦੇ ਸੀ। ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਕਸ਼ਮੀਰ ਦੇ ਹਾਲਾਤ ਨੂੰ ਸਮਝਣ ਲਈ ਉਹਨਾਂ ਨੇ 4 ਕਿਤਾਬਾਂ ਪੜ੍ਹੀਆਂ ਸੀ। ਲਿਖਦੇ ਕਿਵੇਂ ਸੀ ਇਹ ਵੀ ਉਹਨਾਂ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਲਿਖਣ ਲਈ ਉਹਨਾਂ ਨੂੰ ਖਾਸ ਮਾਹੌਲ ਦੀ ਲੋੜ ਨਹੀਂ ਸੀ ਪੈਂਦੀ, ਸਾਈਕਲ ਤੇ ਜਾਂਦੇ ਜਾਂਦੇ ਵੀ ਗੀਤ ਲਿਖ ਦਿੰਦੇ ਸੀ। ਇੱਕ ਕਿੱਸਾ ਉਹਨਾਂ ਨੇ ਦੱਸਿਆ ਸੀ ਕਿ ਫਿਲਮਕਾਰ ਵਰਿੰਦਰ ਗੁਰਚਰਨ ਪੂਲੀ ਤੇ ਕਈ ਹੋਰ ਸਾਥੀ ਉਹਨਾਂ ਦੇ ਕੋਲ ਆ ਗਏ ਸੀ। ਦੇਵ ਥਰੀਕਿਆਂ ਵਾਲੇ ਨੂੰ ਕਹਿਣ ਲੱਗੇ ਕਿ ਫਿਲਮ ਦੇ ਲਈ 2 ਗੀਤ ਲਿਖਣੇ ਨੇ, ਇੱਕ ਟਰੱਕਾਂ ਵਾਲਿਆਂ ਤੇ ਲਿਖਣਾ ਹੈ। ਕਹਿੰਦੇ ਦੇਵ ਥਰੀਕੇ ਵਾਲੇ ਨੇ ਕਿਹਾ ਕਿ ਮੈਂ ਕਿਹਾ ਸੀ ਮੈਂ 2 ਦਿਨਾਂ ਦੇ ਵਿੱਚ ਲਿਖ ਦਊਂਗਾ, ਤਾਂ ਉਹਨਾਂ ਨੇ ਕਿਹਾ ਕਿ ਟਰੱਕਾਂ ਵਾਲਾ ਤਾਂ ਹੁਣੇ ਹੀ ਲਿਖ ਦਿਓ, ਅੱਜ ਹੀ ਲਿਖ ਦਿਓ। ਤੇ ਫਿਰ ਦੇਵ ਥਰੀਕੇ ਵਾਲੇ ਆਪਣੇ ਸਕੂਲ ਦੇ ਵਿੱਚ ਹੀ ਬੈਠੇ ਸੀ ਉਸ ਵਕਤ, ਬੱਚੇ ਦੀ ਕਾਪੀ ਤੇ ਪੈਨਸਲ ਲਿਖੀ ਲਈ ਤੇ ਗੀਤ ਲਿਖ ਦਿੱਤਾ, ਜਿਹੜਾ ਆਪਣੇ ਜ਼ਮਾਨੇ ਦਾ ਸੁਪਰ ਡੁਪਰ ਹਿੱਟ ਗੀਤ ਸੀਗਾ ਤੇ ਅੱਜ ਵੀ ਲੋਕ ਇਸ ਨੂੰ ਸ਼ੌਂਕ ਨਾਲ ਸੁਣਦੇ ਨੇ। ਯਾਰਾਂ ਦਾ ਟਰੱਕ ਬੱਲੀਏ ਜੀਟੀ ਰੋਡ ਤੇ ਦੁਹਾਈਆਂ ਪਾਵੇ। ਸੋ ਚੰਗੀ ਕਲਮ ਦੀ ਸਿਫਤ ਕਰਨੀ ਜ਼ਰੂਰ ਬਣਦੀ ਹੈ। ਦੇਵ ਥਰੀਕਿਆਂ ਵਾਲੇ ਆਪਣੀ ਜ਼ਿੰਦਗੀ ਲੰਘਾ ਕੇ ਇਸ ਦੁਨੀਆ ਤੋਂ ਚਲੇ ਗਏ ਨੇ। ਬੁਲੇਟਿਨ ਦੇ ਵਿੱਚ ਹੁਣ ਪੰਜਾਬ ਚੋਣਾਂ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ। 25 ਜਨਵਰੀ ਤੋਂ ਪੰਜਾਬ ਦੇ ਵਿੱਚ ਨੋਮੀਨੇਸ਼ਨ ਯਾਨੀ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਜਗਮੀਤ ਬਰਾੜ ਨੇ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ਤੋਂ ਨਾਮਜ਼ਦਗੀ ਪਰਚੇ ਦਾਖਲ ਕਰ ਦਿੱਤੇ ਨੇ। ਅਗਲੀ ਅਹਿਮ ਖਬਰ ਸੁਪਰੀਮ ਕੋਰਟ ਦੀ ਟਿੱਪਣੀ ਦੇ ਨਾਲ ਜੁੜੀ ਹੋਈ ਹੈ। ਬੜੀ ਹੀ ਅਹਿਮ ਟਿੱਪਣੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਸਿਆਸੀ ਦਲਾਂ ਦੇ ਚੋਣ ਨਿਸ਼ਾਨ ਅਤੇ ਰਜਿਸਟ੍ਰੇਸ਼ਨ ਰੱਦ ਕਰਨ ਦੇ ਲਈ ਸੈਂਟਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਹੁਕਮ ਜਾਰੀ ਕਰਨ ਦੇ ਲਈ ਕਹਿ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਤੇ ਚੋਣ ਕਮਿਸ਼ਨ ਨੂੰ ਬੁਰੀ ਤਰ੍ਹਾਂ ਨਾਲ ਤਾੜਿਆ ਹੈ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਭਾਰਤੀ ਚੋਣ ਕਮਿਸ਼ਨ ਦੀ ਚੰਗੀ ਖਿਚਾਈ ਕੀਤੀ ਹੈ। ਕੋਰਟ ਨੇ ਜਨਤਕ ਪੈਸੇ ਦੇ ਨਾਲ ਵੋਟਰਾਂ ਨੂੰ ਲਾਲਚ ਦੇ ਕੇ ਭਰਮਾਉਣ ਵਾਲੀਆਂ ਸਿਆਸੀ ਪਾਰਟੀਆਂ ਤੇ ਸ਼ਿਕੰਜਾ ਕੱਸਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਭਾਰਤੀ ਚੋਣ ਕਮਿਸ਼ਨ ਉਹਨਾਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰਨ ਅਤੇ ਚੋਣ ਨਿਸ਼ਾਨਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦੇਵੇ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਨਾਲ ਤਰਕਹੀਣ ਮੁਫਤ ਤੋਹਫੇ ਵੰਡਣ ਦਾ ਵਾਅਦਾ ਕੀਤਾ ਸੀ। ਨੋਟਿਸ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ ਸਪੈਸ਼ਲੀ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ। ਪੰਜਾਬ ਦੇ ਵਿੱਚ ਚੋਣ ਮੈਦਾਨ ਭਖਦਿਆਂ ਹੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀਆਂ ਗਰੰਟੀਆਂ ਤੇ ਵਾਅਦੇ ਪਰੋਸੇ ਜਾਣ ਲੱਗੇ ਨੇ। ਕਈ ਸਾਰੀਆਂ ਪਾਰਟੀਆਂ ਨੇ ਇਹੋ ਜਿਹੇ ਵਾਅਦੇ ਪਰੋਸੇ ਨੇ, ਅਸੀਂ ਆਹ ਮੁਫਤ ਦੇਵਾਂਗੇ, ਆਹ ਚੀਜ਼ ਤੁਹਾਨੂੰ ਸਸਤੀ ਦੇਵਾਂਗੇ। ਹਾਲਾਂਕਿ ਸਿਖਰਲੀ ਅਦਾਲਤ ਦਾ ਪੂਰੇ ਦੇਸ਼ ਦੇ ਵਿੱਚ ਫੈਸਲਾ ਲਾਗੂ ਮੰਨਿਆ ਜਾਵੇਗਾ, ਪਰ ਤੁਰੰਤ ਉਹਨਾਂ 5 ਸੂਬਿਆਂ ਦੀਆਂ ਚੋਣਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ, ਜਿਹਦੇ ਵਿੱਚ ਪੰਜਾਬ ਸਮੇਤ ਯੂਪੀ, ਗੋਆ, ਮਣੀਪੁਰ ਤੇ ਉੱਤਰਾਖੰਡ ਸ਼ਾਮਿਲ ਨੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਐਨਵੀ ਰਾਮੰਨਾ, ਜਸਟਿਸ ਏਐਸ ਬੋਪੰਨਾ ਤੇ ਹਿਮਾ ਕੋਹਲੀ ਤੇ ਆਧਾਰਿਤ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਦੇ ਲਈ ਸਹਿਮਤੀ ਜ਼ਾਹਿਰ ਕੀਤੀ ਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਚਿੰਤਾ ਜਤਾਈ ਹੈ ਕਿ ਵੋਟਰਾਂ ਅਤੇ ਚੋਣਾਂ ਦੀ ਨਿਰਪੱਖਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿਹੜੀਆਂ ਸਿਆਸੀ ਪਾਰਟੀਆਂ ਅਜਿਹੇ ਬਿਆਨ ਦਿੰਦੀਆਂ ਨੇ, ਅਜਿਹੇ ਐਲਾਨ ਕਰਦੀਆਂ ਨੇ। ਸੁਣਵਾਈ ਦੌਰਾਨ ਪਟੀਸ਼ਨਕਰਤਾ ਅਸ਼ਵਨੀ ਉਪਾਧਿਆਏ ਦੇ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਇੱਥੇ ਦੇਸ਼ ਦੇ ਨਾਗਰਿਕਾਂ ਦਾ ਪੈਸਾ ਦਾਅ ਤੇ ਲੱਗਿਆ ਹੁੰਦਾ ਹੈ। ਐਡਵੋਕੇਟ ਅਸ਼ਵਨੀ ਕੁਮਾਰ ਉਪਾਧਿਆਏ ਨੇ ਇਹ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੇ ਜਾਂਦੇ ਮਨਮਰਜ਼ੀ ਦੇ ਵਾਅਦੇ ਅਤੇ ਬੇਲੋੜੇ ਲਾਭ ਦੇਣ ਦੇ ਲਈ ਵੋਟਰਾਂ ਨੂੰ ਲਾਲਚ ਵਸ ਭਰਮਾਇਆ ਜਾਂਦਾ ਹੈ। ਸੋ ਸੁਪਰੀਮ ਕੋਰਟ ਨੇ ਜਿਹੜੀ ਤਾੜਨਾ ਕੀਤੀ ਹੈ ਇਸ ਤੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਕਿੰਨਾ ਕੁ ਅਮਲ ਕਰਦੇ ਨੇ, ਤੇ ਜੇ ਅਮਲ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਕਿਹੜੀਆਂ ਸਿਆਸੀ ਪਾਰਟੀਆਂ ਨੂੰ ਜਿਹੜੀ ਢਾਹ ਲੱਗੂਗੀ, ਸੇਕ ਲੱਗੂਗਾ, ਉਹ ਤੁਸੀਂ ਹੁਣ ਸਮਝ ਸਕਦੇ ਹੋ, ਖੁਦ ਹੀ ਨਿਰਣਾ ਕਰ ਸਕਦੇ ਹੋ ਕਿ ਕਿਹੜੀਆਂ ਸਿਆਸੀ ਪਾਰਟੀਆਂ ਨੇ ਤੁਹਾਨੂੰ ਮੁਫਤ ਲਾਲਚ ਦਿੱਤੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਆਪ ਦੇ ਸੀਐਮ ਚਿਹਰੇ ਦੇ ਕੈਂਡੀਡੇਟ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਵਿਕਰਮ ਮਜੀਠੀਆ ਕਿਸੇ ਨੂੰ ਨਹੀਂ ਛੱਡਿਆ, ਸਭ ਤੇ ਨਿਸ਼ਾਨੇ ਕਸੇ। ਕੈਪਟਨ ਨੂੰ ਸਿੱਧੇ ਹੱਥੀ ਲੈਂਦਿਆਂ ਕਿਹਾ ਭਗਵੰਤ ਨੇ ਕਿ ਉਹਨਾਂ ਨੂੰ ਸਿੱਧੂ ਨੂੰ ਕੈਬਨਿਟ ਵਿੱਚ ਰੱਖਣ ਲਈ ਪਾਕਿਸਤਾਨ ਤੋਂ ਫੋਨ ਆਉਂਦੇ ਨੇ। ਫਿਰ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਕੈਪਟਨ ਖੁਦ ਹਰ ਵਾਰੀ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਸਰਹੱਦੀ ਸੂਬਾ, ਇੱਥੇ ਡਰੋਨ ਆਉਂਦੇ ਰਹਿੰਦੇ ਨੇ, ਮਜ਼ਬੂਤ ਸਰਕਾਰ ਆਉਣੀ ਚਾਹੀਦੀ ਹੈ, ਤਾਂ ਫਿਰ ਕੈਪਟਨ ਨੇ ਇਹ ਗੱਲ ਇੰਨਾ ਚਿਰ ਕਿਉਂ ਲੁਕੋ ਕੇ ਰੱਖੀ ਕਿ ਉਸ ਨੂੰ ਪਾਕਿਸਤਾਨ ਤੋਂ ਫੋਨ ਆਉਂਦੇ ਸੀਗੇ ਸਿੱਧੂ ਨੂੰ ਵਜ਼ੀਰੀ ਦੇਣ ਦੇ ਲਈ। ਕੈਪਟਨ ਨੇ ਤਕਰੀਬਨ ਕਹਿੰਦੇ ਉਹਨਾਂ ਦੀ ਗੱਲ ਮੰਨ ਵੀ ਲਈ ਸੀ ਕਿਉਂਕਿ ਕੈਪਟਨ ਨੇ ਸਿੱਧੂ ਨੂੰ ਬਿਜਲੀ ਮੰਤਰਾਲਾ ਆਫਰ ਕਰ ਦਿੱਤਾ ਸੀ, ਯਾਨੀ ਕਿ ਕੈਪਟਨ ਨੇ ਪਾਕਿਸਤਾਨ ਦੇ ਫੋਨ ਦੇ ਉੱਤੇ ਸਿੱਧੂ ਨੂੰ ਬਿਜਲੀ ਮੰਤਰਾਲਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਕਹਿੰਦੇ ਇਹਦਾ ਮਤਲਬ ਇਹ ਹੈ ਕਿ ਕੈਪਟਨ ਪਾਕਿਸਤਾਨ ਤੇ ਕਹਿਣ ਤੇ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਲਾਉਂਦੇ ਸੀ। ਕੰਧ ਦੇ ਪਰਲੇ ਪਾਸੇ ਤਾਂ ਇਹਨਾਂ ਲਈ ਪਾਕਿਸਤਾਨ ਸੀ। ਇਹ ਨਫ਼ਰਤ ਦੀ ਰਾਜਨੀਤੀ ਕਰਦੇ ਨੇ। ਕੈਪਟਨ ਇਹ ਦੱਸਣ ਕਿ ਚੀਕੂ ਤੇ ਸੀਤਾਫਲ ਕਿਹਦੇ ਕਹਿਣ ਤੇ ਲੱਗੇ ਸੀ, ਯਾਨੀ ਕਿ ਕੈਪਟਨ ਜਦੋਂ ਵਾਰੀ-ਵਾਰੀ ਪਾਕਿਸਤਾਨ ਦਾ ਨਾਮ ਲੈਂਦੇ ਨੇ
ਪਾਕਿਸਤਾਨ ਤੇ ਨਿਸ਼ਾਨੇ ਲਾਉਂਦੇ ਨੇ, ਸਿੱਧੂ ਨੂੰ ਵੀ ਪਾਕਿਸਤਾਨ ਦੇ ਨਾਮ ਤੇ ਖਿੱਚਦੇ ਨੇ, ਤਾਂ ਫਿਰ ਕੈਪਟਨ ਸਾਹਿਬ ਦੀ ਜਿਹੜੀ ਦੋਸਤ ਹੈ, ਮਹਿਲਾ ਦੋਸਤ ਅਰੂਸਾ ਆਲਮ, ਉਹਨੂੰ ਲੈ ਕੇ ਫਿਰ ਭਗਵੰਤ ਨੇ ਨਿਸ਼ਾਨਾ ਸਾਧਿਆ। ਔਰ ਕੈਪਟਨ ਸਾਹਿਬ ਖੁਦ ਹਰ ਗੱਲ ਤੇ ਕਹਿੰਦੇ ਰਹਿੰਦੇ ਨੇ ਬਾਰਡਰ ਸਟੇਟ ਹੈ, ਡਰੋਨ ਆਉਂਦੇ ਨੇ, ਟਿਫਨ ਬੰਬ ਮਿਲਦੇ ਨੇ, ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ, ਮਜ਼ਬੂਤ ਸਰਕਾਰ ਚਾਹੀਦੀ ਹੈ। ਤਾਂ ਕੈਪਟਨ ਸਾਹਿਬ ਨੇ ਇਹ ਗੱਲ ਇੰਨਾ ਚਿਰ ਲੁਕੋ ਕੇ ਕਿਉਂ ਰੱਖੀ? ਤੇ ਆਲਮੋਸਟ ਕੈਪਟਨ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਵੀ ਲਈ ਸੀ, ਕਿਉਂਕਿ ਬਿਜਲੀ ਮੰਤਰਾਲਾ ਉਹਨਾਂ ਨੂੰ ਆਫਰ ਕਰਤਾ ਸੀ। ਇਹਦਾ ਮਤਲਬ ਪਾਕਿਸਤਾਨ ਦੇ ਕਹੇ ਤੇ ਕੈਪਟਨ ਸਾਹਿਬ ਪੰਜਾਬ ਦੀ ਕੈਬਨਿਟ ਮਿਨਿਸਟਰੀ ਦਿੰਦੇ ਸੀ। ਕੈਬਨਿਟ ਮਿਨਿਸਟਰੀ ਨਹੀਂ ਕੱਲੀ, ਕੈਪਟਨ ਸਾਹਿਬ ਸ਼ਾਇਦ ਇਹ ਕਹਿਣਾ ਭੁੱਲ ਗਏ, ਡੀਜੀਪੀ ਵੀ ਪਾਕਿਸਤਾਨ ਦੇ ਕਹੇ ਤੇ ਲਾਇਆ ਸੀ, ਚੀਫ ਸੈਕਟਰੀ ਵੀ ਪਾਕਿਸਤਾਨ ਦੇ ਕਹੇ ਤੇ। ਪਾਕਿਸਤਾਨ ਤਾਂ ਘਰੇ ਰਹਿੰਦਾ ਸੀ, ਕੰਨ ਦੇ ਪਰਲੇ ਦਾ ਪਾਸੇ ਦਾ ਪਾਕਿਸਤਾਨ ਸੀ ਇਹਨਾਂ ਦੇ। ਤੇ ਇਹ ਕਿਹੜੇ ਮੂੰਹ ਨਾਲ ਕਹਿ ਰਹੇ ਨੇ ਹੁਣ ਕਿ ਅਸੀਂ ਸਿਰਫ ਮੈਂ ਹੀ ਆ ਜਿਹੜਾ ਉਹ ਬਚਾ ਸਕਦਾ ਸੂਬੇ ਨੂੰ? ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਹੋਰ ਇਹਨਾਂ ਨੂੰ ਕੁਝ ਬਚਿਆ ਨਹੀਂ। ਇਹ ਹੁਣ ਬਸ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ। ਕੈਪਟਨ ਸਾਹਿਬ ਇਹ ਦੱਸਣ ਕਿ ਚੀਕੂ ਤੇ ਸੀਤਾਫਲ ਕਿਹਦੇ ਕਹੇ ਤੇ ਲੱਗੇ ਸੀ, ਉਹਦੀ ਚਿੰਤਾ ਕਿਹਨੂੰ ਸੀ ਕਿ ਚੀਕੂ ਦਾ ਕੀ ਹਾਲ ਹੈ, सीताफल का की हाल है। आईएएस अफसर लाए सी, उसको भेज दो ना, चेक करवा लो ना कैसे वो सीताफल कैसे चल रहे हैं। भगवंत मान ने भी कहा कि कैप्टन कह रहे हैं कि पंजाब नूं कमेडियन दी लोड़ नहीं है, तकड़ा सीएम चाहिए। कहते कैप्टन ने फिर संगरूर दे विच जिहड़ा भाषण दिता सी, कहा सी कि भगवंत मान बहुत तगड़ा उम्मीदवार है, वारी वारी आउणा पऊ, उदों मैं तकड़ा सीगा, हुण मैं कमेडियन हो गया। कहते जिन्होंने तुसीं कमेडियन कहंदे हो, पंजाब दे विच उदों कैंसर दे मुद्दे चुक रहा सी, पंजाब दे किसानां दीयां खुदकुशियां चुक रहा सी, पंजाब दे धरनियां लाठी चार्जां दी गल कर रहा सी जो तुसीं अपने महलां दे विच सुत्ते रहिंदे सी। मान ने कहा कि इन्हां लीडरां तो हुण आम घरां दा मुंडा जरिया नहीं जांदा। जिन्हों तुसीं कमेडियन कहंदे हो, ਉਹ ਉੱਥੇ ਪੰਜਾਬ ਦੇ ਧਰਨਿਆਂ ਦੀ ਲਾਠੀ ਚਾਰਜਾਂ ਦੀ ਗੱਲ ਕਰ ਰਹੇ ਸੀ। ਬਸ ਇਹਨਾਂ ਤੋਂ ਆਮ ਘਰਾਂ ਦਾ ਮੁੰਡਾ ਜਰਿਆ ਨਹੀਂ ਜਾਂਦਾ, ਬਸ ਕਿ ਅਸੀਂ ਵੀ ਬਣਦੇ ਹੁੰਨੇ ਆ, ਹੋਰ ਕਿਉਂ ਆ ਗਿਆ। ਕੈਪਟਨ ਸਾਹਿਬ ਪਬਲਿਕ ਹੈ, ਲੋਕ ਹੈ, ਤੁਸੀਂ ਲੋਕਾਂ ਨਾਲ ਜੋ ਧੋਖਾ ਕੀਤਾ ਹੈ ਉਹਦਾ ਤੁਹਾਨੂੰ ਫਲ ਜ਼ਰੂਰ ਮਿਲੂਗਾ, ਮਿਲ ਵੀ ਰਿਹਾ ਹੈ। 4.5 ਸਾਲ ਤੁਸੀਂ ਬੈਠੇ ਰਹੇ, ਹੁਣ ਤੁਸੀਂ ਕਹਿੰਦੇ ਹੋ ਹੈਲੀਕਾਪਟਰ ਤੇ ਜਦੋਂ ਮੈਂ ਜਾ ਰਿਹਾ ਸੀ ਮੈਂ ਥੱਲੇ ਟਰੱਕ ਦੇਖੇ, ਜਦੋਂ ਮੈਂ ਉਤਰਿਆ ਫਿਰ ਮੈਂ ਕਿਹਾ ਅਫਸਰਾਂ ਨੇ ਕਿਹਦੇ ਨੇ, ਕਹਿੰਦੇ ਉਹ ਚੰਨੀ ਦਾ ਨਾਂ ਸੀ। फिर वारी आई नवजोत सिंह सिद्धू दी। मान ने नवजोत सिंह सिद्धू ते भी निशाने लाए। कहंदे सिद्धू कह रहे ने कि आम आदमी पार्टी नूं फोन घट आए ने, पर इन्हां ने दस्से वध ने। मान ने सिद्धू नूं सलाह दित्ती कि तुसीं अपना सर्वे करवा लो। नवजोत सिंह सिद्धू कोले होर कोई विशा है नहीं, इस करके उन्हां ने मेरे ते बोलण बारे सोच लिया ते जिवें दी भाषा वरती जा रही है गलत है, क्योंकि सत्कार सारिआं नूं चाहीदा है। तू तड़ाक वाली शब्दावली बिल्कुल गलत है। सिद्धू सोनिया गांधी नूं कह के अपनी पार्टी दा सर्वे आप करवाउण, साडी पार्टी दे अंदरूनी मामलिਆਂ 'ਚ दखल ना देण, ਇਹ सलाह ਦਿੱਤੀ है भगवंत मान ने। मजीठिया ਦੀ ਜ਼ਮਾਨਤ ਰੱਦ ਹੋਣ ਤੇ ਵੀ ਬੋਲੇ, ਕਹਿੰਦੇ ਕਾਨੂੰਨੀ ਤੌਰ ਤੇ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੂੰ ਮਜੀਠੀਆ ਦੇ ਗ੍ਰਿਫਤਾਰ ਹੋਣ ਨਾਲ ਕੀ ਫਾਇਦਾ ਹੋਣਾ ਹੈ, ਕਿਉਂਕਿ ਉਹ ਤਾਂ ਆਪ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ। ਹਾਲਾਂਕਿ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਤੇ 3 ਦਿਨ ਦੀ ਰੋਕ ਲੱਗ ਚੁੱਕੀ ਹੈ। ਉਹ ਭਾਈ ਤੁਸੀਂ ਕਾਂਗਰਸ ਤੋਂ ਕਰਾ ਲਓ ਆਪਦਾ, ਤੁਸੀਂ ਆਪਣਾ ਕਰਾ ਲਓ ਸਰਵੇ। ਟਵਿੱਟਰ ਤੇ ਇੱਕ ਪੋਲਿੰਗ ਕਰਵਾਈ, 1209 ਵੋਟਾਂ ਪਈਆਂ, ਉਹ ਚੋਂ ਵੀ ਕਹਿੰਦੇ 70% ਚੰਨੀ ਹੈ। ਉਹ ਭਾਈ ਸਾਡੇ ਵਾਲੇ ਚ ਲੱਖਾਂ ਵੋਟਾਂ ਪਾਈਆਂ ਨੇ। ਪਹਿਲੀ ਵਾਰ ਲੋਕਾਂ ਨੂੰ ਇਨਵੋਲਵ ਕੀਤਾ ਕਿ ਉਹ ਆਪਣੇ ਸੀਐਮ ਦੇ ਚਿਹਰੇ ਵਾਸਤੇ ਰਾਇਸ਼ੁਮਾਰੀ ਕਰ ਦੇਣ। ਇਹ ਕਿਹੜਾ ਕੋਈ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਹੈ ਕਿ ਜੇ ਕਿਸੇ ਨੇ ਫੋਨ ਦੇਣਾ ਤਾਂ ਇੰਨੇ ਫੋਨ ਹੋਣੇ ਜ਼ਰੂਰੀ ਨੇ, ਨਹੀਂ ਤਾਂ ਫਿਰ ਤੁਸੀਂ ਸੀਐਮ ਡਿਕਲੇਅਰ ਨਹੀਂ ਕਰ ਸਕਦੇ। ਜੋ ਕਾਨੂੰਨੀ ਕਾਰਵਾਈ ਉਹਦੇ ਮੁਤਾਬਕ ਤਾਂ ਗ੍ਰਿਫਤਾਰ ਕਰਨਾ ਬਣਦਾ। ਬਾਕੀ ਹੁਣ ਕਿੰਨਾ ਕੁ ਇੰਟੈਲੀਜੈਂਸੀਆਂ ਜਾਂ ਪੰਜਾਬ ਦੀ ਸਰਕਾਰ ਜਿਹੜੀ ਆ ਉਹਨੇ ਇਹਨੂੰ ਸੀਰੀਅਸ ਲੈਂਦੀ ਹੈ, ਉਹਨਾਂ ਤੇ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਗਣਤੰਤਰ ਦਿਵਸ ਮੌਕੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦਿਆਂ ਹੋਇਆ ਐਲਾਨ ਕੀਤਾ ਕਿ ਦਿੱਲੀ ਸਰਕਾਰ ਦੇ ਹਰ ਦਫ਼ਤਰ ਦੇ ਵਿੱਚ ਹੁਣ BR ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲੱਗਣਗੀਆਂ। ਹੁਣ ਕਿਸੇ ਮੁੱਖ ਮੰਤਰੀ ਜਾਂ ਸਿਆਸਤਦਾਨ ਦੀ ਫੋਟੋ ਅਸੀਂ ਨਹੀਂ ਲਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਤੋਂ ਇੱਕ ਹੋਰ ਮੌਕਾ ਮੰਗਿਆ ਹੈ। ਚੰਨੀ ਨੇ ਕਿਹਾ ਕਿ ਜੇਕਰ ਮੈਨੂੰ ਦੁਬਾਰਾ ਮੌਕਾ ਮਿਲੇ ਤਾਂ ਮੈਂ ਪੰਜਾਬ ਦਾ ਹੋਰ ਵਿਕਾਸ ਕਰਾਂਗਾ। ਪੰਜਾਬੀਆਂ ਨੂੰ ਸਸਤੀ ਬਿਜਲੀ, ਪਾਣੀ ਅਤੇ ਡੀਜ਼ਲ ਪੈਟਰੋਲ ਮੁਹੱਈਆ ਅਸੀਂ ਕਰਵਾ ਦਿੱਤਾ ਹੈ। ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿਡ ਡੇ ਮੀਲ ਕੁੱਕ ਆਦਿ ਦੀਆਂ ਤਨਖਾਹਾਂ 'ਚ ਵਾਧੇ ਸਮੇਤ 111 ਦਿਨਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਲਗਾਤਾਰ ਚੰਨੀ ਗਿਣਵਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਤੇ ਨਿਸ਼ਾਨਾ ਵੀ ਸਾਧਿਆ। ਚੰਨੀ ਨੇ ਕਿਹਾ ਕਿ ਦੋਵੇਂ ਜਣੇ ਸੰਜੀਦਾ ਸਿਆਸਤ ਦੇ ਵਿੱਚ ਦਿਲਚਸਪੀ ਲੈਂਦੇ ਹੀ ਨਹੀਂ। ਬਾਦਲ, ਕੈਪਟਨ ਤੇ ਕੇਜਰੀਵਾਲ ਸਾਰੇ ਰਲ ਕੇ ਮੈਨੂੰ ਦੱਬਣਾ ਚਾਹੁੰਦੇ ਨੇ, ਪਰ ਮੈਨੂੰ ਲੋਕਾਂ ਦਾ ਸਾਥ ਹਾਸਲ ਹੈ, ਹੌਸਲੇ ਮੇਰੇ ਬੁਲੰਦ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਖੇਤਰੀ ਪਾਰਟੀ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ। ਲੋਕਾਂ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਦੀ ਥਾਂ ਤੇ ਆਪਣੀ ਪਾਰਟੀ ਨੂੰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ, ਜਦਕਿ ਅਕਾਲੀ ਦਲ ਪੰਜਾਬੀਆਂ ਦੀ ਸਹਿਮਤੀ ਨਾਲ ਫੈਸਲੇ ਲੈਂਦਾ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਕੈਪਟਨ ਤੇ ਚੰਨੀ ਦੋਵਾਂ ਨੇ ਪੰਜਾਬ ਨੂੰ ਲੁੱਟਿਆ ਹੈ। ਕੈਪਟਨ ਨੇ ਪੰਜਾਬ ਨੂੰ ਮਹਿਲਾਂ 'ਚ ਬਹਿ ਕੇ ਲੁੱਟਿਆ, ਜਦਕਿ ਚੰਨੀ ਰੇਤੇ ਦੀਆਂ ਖੱਡਾਂ ਵਿੱਚੋਂ ਪੈਸੇ ਦੇ ਸੂਟਕੇਸ ਭਰ ਚੰਡੀਗੜ੍ਹ ਨੂੰ ਤੋਰਦੇ ਰਹੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਪੰਜਾਬ 'ਚੋਂ ਖਤਮ ਹੋਣ ਦਾ ਦਾਅਵਾ ਵੀ ਕੀਤਾ। ਆਪ ਤੇ ਹਮਲਾ ਕਰਦਿਆਂ ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਹਰਾ ਅੰਕ ਵੀ ਹਾਸਲ ਨਹੀਂ ਕਰ ਪਾਵੇਗੀ। ਜਿਵੇਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਕਹਿੰਦੇ ਖਤਮ ਹੋ ਰਹੀ ਹੈ, ਉਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ 'ਚੋਂ ਖਤਮ ਹੋ ਰਹੀ ਹੈ। ਆਮ ਆਦਮੀ ਪਾਰਟੀ ਤਾਂ ਹੈ ਹੀ ਨਹੀਂ ਤੇ ਕਾਂਗਰਸ ਦਾ ਸਫਾਇਆ ਹੋਇਆ ਪਿਆ ਹੈ। ਆਮ ਆਦਮੀ ਪਾਰਟੀ ਕੱਲੀ ਸੰਗਰੂਰ ਤੇ ਬਰਨਾਲੇ ਜ਼ਿਲ੍ਹੇ 'ਚ ਲੜਾਈ ਦੇ ਰਹੀ ਹੈ। ਮੈਂ ਤੁਹਾਨੂੰ ਅੱਜ ਲਿਖ ਕੇ ਦੇ ਸਕਦਾ ਕਿ ਆਮ ਆਦਮੀ ਪਾਰਟੀ ਨੂੰ 10 ਸੀਟਾਂ ਤੋਂ ਘੱਟ ਆਉਣਗੀਆਂ ਪੂਰੇ ਪੰਜਾਬ 'ਚ। ਕਾਂਗਰਸ ਦਾ ਤਾਂ ਸਫਾਇਆ ਤੇ ਮੇਰੇ ਹਿਸਾਬ ਨਾਲ ਆਪਾਂ 80 ਸੀਟਾਂ ਤੋਂ ਅੱਗੇ ਟੱਪ ਜਾਗੇ। ਜਿਆਦਾ ਹਾਲਾਤ ਸੰਯੁਕਤ ਸਮਾਜ ਮੋਰਚੇ ਨੇ ਆਪਣੇ 2 ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ ਨੇ। ਇੱਕ ਤਾਂ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਤੀਜੇ ਹਰਬਿੰਦਰ ਸਿੰਘ ਹਰਪਾਲਪੁਰ ਜੋ ਕਿ ਰਾਜਪੁਰਾ ਤੋਂ ਉਮੀਦਵਾਰ ਸਨ, ਅਤੇ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ, ਇਹਨਾਂ ਦੋਵਾਂ ਦੇ ਨਾਮ ਵਾਪਸ ਲੈ ਲਏ ਨੇ। ਹਰਪਾਲਪੁਰ ਦਾ ਨਾਮ ਤਾਂ ਵਾਪਸ ਲਿਆ ਹੈ ਕਿਉਂਕਿ ਇਹ ਅਕਾਲੀ ਦਲ ਦੇ ਵਿੱਚੋਂ ਆ ਕੇ ਸੰਯੁਕਤ ਸਮਾਜ ਮੋਰਚੇ 'ਚ ਸ਼ਾਮਲ ਹੋਏ ਸੀ ਤੇ ਲੋਕ ਕਹਿ ਰਹੇ ਸੀ ਕਿ ਤੁਸੀਂ ਜਿਹੜੇ ਅਕਾਲੀ ਤੇ ਕਾਂਗਰਸ ਪਾਰਟੀ ਛੱਡਣ ਵਾਲੇ ਉਹੀ ਲੀਡਰਾਂ ਨੂੰ ਤੁਸੀਂ ਟਿਕਟਾਂ ਦੇ ਰਹੇ ਹੋ, ਕੋਈ ਵੀ ਕਿਸਾਨ ਲੀਡਰ ਹੈ ਜਿਹੜਾ ਉਹਨੂੰ ਤੁਸੀਂ ਨੁਮਾਇੰਦਗੀ ਕਿਉਂ ਨਹੀਂ ਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਜੇਪੀ ਦੇ ਵਿੱਚ ਜਾਣ ਵਾਲੇ ਸਿੱਖਾਂ ਨੂੰ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਾਲੇ ਕਹਿਣ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ। ਹਾਲ ਹੀ ਵਿੱਚ ਬੀਜੇਪੀ 'ਚ ਸ਼ਾਮਿਲ ਹੋਏ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ। ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕਹੀ ਗਈ ਬੇਦਾਵੇ ਵਾਲੀ ਗੱਲ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘਾ ਠੇਸ ਪਹੁੰਚਾਇਆ ਹੈ। ਉਹਨਾਂ ਨੇ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਵੱਲੋਂ ਸਿੱਖ ਭਾਈਚਾਰੇ ਤੇ ਬੀਜੇਪੀ ਦਰਮਿਆਨ ਟਕਰਾਅ ਪੈਦਾ ਕਰਨ ਲਈ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਦਾ ਨੋਟਿਸ ਲੈਣ ਅਤੇ ਬੀਜੇਪੀ 'ਚ ਜਾਣ ਵਾਲੇ ਸਿੱਖਾਂ ਬਾਰੇ ਗਲਤ ਬਿਆਨੀ ਕਰਨ ਤੋਂ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸਿੱਖ ਦੇ ਬੀਜੇਪੀ 'ਚ ਸ਼ਾਮਲ ਹੋਣ ਨਾਲ ਕਿਸੇ ਤਰ੍ਹਾਂ ਦੀ ਸਿੱਖ ਰਹਿਤ ਮਰਿਆਦਾ ਦਾ ਖੰਡਨ ਨਹੀਂ ਹੋਇਆ, ਨਾ ਹੀ ਇਹ ਗੁਰੂ ਤੋਂ ਬੇਮੁਖ ਹੋ ਕੇ ਧਰਮ ਤਬਦੀਲੀ ਦਾ ਮਾਮਲਾ ਹੈ ਜਿਸ ਨੂੰ ਬੇਦਾਵਾ ਕਿਹਾ ਜਾ ਸਕੇ। ਲੰਬੀ ਚੌੜੀ ਚਿੱਠੀ ਦੇ ਵਿੱਚ ਸਰਚਾਂਦ ਸਿੰਘ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਬੀਜੇਪੀ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਨੇ ਸਿੱਖ ਕੌਮ ਦੇ ਲਈ ਵੱਡੇ ਕਾਰਜ ਕੀਤੇ ਨੇ। ਸਿੱਖ ਹਿਤੈਸ਼ੀ ਤੇ ਦਿਲ ਵਿੱਚ ਸਿੱਖਾਂ ਲਈ ਸਤਿਕਾਰ ਹੋਣ ਦਾ ਸਬੂਤ ਵੀ ਦਿੱਤਾ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲਿਆ, ਸਿੱਖ ਕੈਦੀਆਂ ਦੀ ਰਿਹਾਈ ਕੀਤੀ, ਹਾਲਾਂਕਿ ਰਿਹਾਈ ਦਾ ਐਲਾਨ ਕੀਤਾ ਸੀ, ਰਿਹਾਈ ਹਾਲੇ ਹੋਈ ਨਹੀਂ ਹੈ ਤੇ ਉਹਨਾਂ ਨੇ ਹੋਰ ਵੀ ਕਾਫੀ ਕੰਮ ਨੇ ਜਿਹੜੇ ਉਹ ਗਣਵਾਏ ਨੇ ਤੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਿੱਖ ਸੰਗਤਾਂ ਵਿੱਚ ਬੀਜੇਪੀ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਤੇ ਘਟੀਆ ਬਿਆਨਬਾਜ਼ੀ ਰਾਹੀਂ ਸਮਾਜ ਵਿੱਚ ਨਫ਼ਰਤ ਪੈਦਾ ਕਰਨ ਦੀ ਹੋਛੀ ਕੋਸ਼ਿਸ਼ ਪ੍ਰਤੀ ਖੇਦ ਜਤਾਉਣ ਤੇ ਅੱਗੇ ਤੋਂ ਗਲਤ ਬਿਆਨੀ ਨਾ ਕਰਨ ਦੀ ਹਦਾਇਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੀ ਜਾਵੇ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਚਿੱਠੀ ਤੇ ਕੀ ਫੈਸਲਾ ਲੈਂਦੇ ਨੇ ਇਹ ਤਾਂ ਹੁਣ ਸਮੇਂ ਦੇ ਗਰਭ 'ਚ ਪਿਆ ਹੈ। ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਤੋਂ ਉਮੀਦਵਾਰ ਚੌਧਰੀ ਜਮੀਲ ਉਰ ਰਹਿਮਾਨ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਗ੍ਰਿਫਤਾਰੀ ਦੀ ਮੰਗ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸੰਗਲਾਂ ਵਿੱਚ ਜਕੜ ਕੇ ਰੋਸ ਮੁਜ਼ਾਹਰਾ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਫਿਰਕੂ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰਨਾ ਬੜਾ ਹੀ ਸ਼ਲਾਘਾਯੋਗ ਕਦਮ ਹੈ, ਪਰ ਸਾਡੀ ਮੰਗ ਹੈ ਕਿ ਉਸ ਨੂੰ ਗ੍ਰਿਫਤਾਰ
ਕੀਤਾ ਜਾਵੇ। ਚੌਧਰੀ ਜਮੀਲ ਉਰ ਰਹਿਮਾਨ ਨੇ ਸਥਾਨਕ ਸਰਹੰਦੀ ਗੇਟ ਚੌਂਕ ਤੋਂ ਆਪਣੇ ਸਾਥੀਆਂ ਸਮੇਤ ਗਲ ਵਿੱਚ ਸੰਗਲ ਪਾ ਕੇ ਪੈਦਲ ਮਾਰਚ ਕੀਤਾ, ਸਬਜ਼ੀ ਮੰਡੀ ਤੱਕ ਪਹੁੰਚੇ। ਉਹਨਾਂ ਨੇ ਇਹ ਵੀ ਕਿਹਾ ਕਿ ਗਲ ਵਿੱਚ ਸੰਗਲ ਪਾਉਣ ਦਾ ਮਕਸਦ ਮੁਸਤਫਾ ਵੱਲੋਂ ਦਿੱਤੀ ਜਾ ਰਹੀ ਉਸ ਗੁਲਾਮੀ ਨੂੰ ਦਰਸਾਉਣਾ ਹੈ ਜੋ ਮਲੇਰਕੋਟਲਾ ਵਾਸੀ ਪਿਛਲੇ 20 ਸਾਲਾਂ ਤੋਂ ਬਰਦਾਸ਼ਤ ਕਰਨ ਨੂੰ ਮਜਬੂਰ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਵੱਲੋਂ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕਰ ਦਿੱਤੇ ਨੇ। ਆਖਰੀ ਸੂਚੀ ਹੈ ਜਿਹੜੀ ਉਹ ਵੀ ਜਾਰੀ ਕਰ ਦਿੱਤੀ ਹੈ। 117 ਉਮੀਦਵਾਰ ਪੰਜਾਬ ਦੇ ਵਿੱਚ ਖੜੇ ਕੀਤੇ ਗਏ ਨੇ। ਬੀਜੇਪੀ ਲੀਡਰ ਅਤੇ ਕਾਦੀਆਂ ਤੋਂ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਜਿਹੜੇ ਪਿਛਲੇ ਦਿਨ ਹੀ ਬੀਜੇਪੀ 'ਚ ਸ਼ਾਮਿਲ ਹੋਏ ਨੇ, ਕਾਂਗਰਸ ਦੇ ਲੀਡਰ ਸਨ, ਉਹਨਾਂ ਨੇ ਆਪਣੇ ਪੁੱਤਰ ਲਈ ਕਾਦੀਆਂ ਤੋਂ ਬੀਜੇਪੀ ਤੋਂ ਟਿਕਟ ਮੰਗੀ ਹੈ। ਸੀਟ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲਈ ਛੱਡੀ ਹੈ ਤੇ ਹੁਣ ਬਾਜਵਾ ਆਪਣੇ ਪੁੱਤਰ ਦੇ ਲਈ ਇਹ ਸੀਟ ਚਾਹੁੰਦੇ ਨੇ। ਸੰਯੁਕਤ ਨੂੰ ਪਹਿਲਾਂ ਹੀ ਘੱਟ ਸੀਟਾਂ ਦਿੱਤੀਆਂ ਗਈਆਂ ਨੇ। ਇਸ ਗੱਠ ਜੋੜ ਦੇ ਵੱਲੋਂ ਸਭ ਤੋਂ ਵੱਧ ਸੀਟਾਂ ਬੀਜੇਪੀ 65 ਸੀਟਾਂ ਤੇ ਲੜ ਰਹੀ ਹੈ, ਉਸ ਤੋਂ ਘੱਟ ਕੈਪਟਨ ਦੀ ਪਾਰਟੀ ਨੂੰ ਦਿੱਤੀਆਂ ਗਈਆਂ ਨੇ, ਫਿਰ ਢੀਂਡਸਾ ਦੀ ਪਾਰਟੀ ਨੂੰ। ਤੇ ਹੁਣ ਜੇ ਇਹ ਟਿਕਟ ਵੀ ਲੈ ਲਈ ਗਈ ਢੀਂਡਸਿਆਂ ਤੋਂ ਤਾਂ ਫਿਰ ਉਹਨਾਂ ਕੋਲ ਇੱਕ ਟਿਕਟ ਹੈ ਜਿਹੜੀ ਹੋਰ ਘਟ ਜਾਊਗੀ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ 27 ਜਨਵਰੀ ਨੂੰ ਜਲੰਧਰ ਦੇ ਵਿੱਚ ਪਾਰਟੀ ਦੇ ਲਈ ਵਰਚੁਅਲ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰਾਹੁਲ ਗਾਂਧੀ ਪਿਛਲੇ ਕਈ ਦਿਨਾਂ ਤੋਂ ਆਪਣੀ ਨਾਨੀ ਨੂੰ ਮਿਲਣ ਦੇ ਲਈ ਇਟਲੀ ਗਏ ਹੋਏ ਸੀ, ਦੌਰੇ ਤੋਂ ਵਾਪਸ ਆ ਗਏ ਨੇ ਵਿਦੇਸ਼ ਦੌਰੇ ਤੋਂ, ਤੇ ਹੁਣ ਉਹ ਪੰਜਾਬ ਪਹੁੰਚਣਗੇ। ਇੱਕ ਛੋਟੀ ਮੀਟਿੰਗ ਨੂੰ ਸੰਬੋਧਨ ਕਰਨਗੇ ਜਿੱਥੇ ਹੋਰ ਥਾਵਾਂ ਤੇ LED ਦੇ ਨਾਲ ਪ੍ਰਸਾਰਣ ਕੀਤਾ ਜਾਊਗਾ। ਚੋਣ ਸਰਗਰਮੀਆਂ ਦੇ ਵਿੱਚ ਤੁਹਾਨੂੰ ਮਾਨਸਾ ਦੀਆਂ ਤਸਵੀਰਾਂ ਦਿਖਾਉਣੇ ਹਾਂ, ਜਿੱਥੇ ਮਾਨਸਾ ਦੇ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਨੇ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲੇ ਦੇ ਖਿਲਾਫ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਕਾਂਗਰਸ ਦੀ ਮਾਨਸਾ ਤੇ ਸਰਦੂਲਗੜ੍ਹ ਦੀ ਰੈਲੀ ਵਿੱਚ ਕਾਂਗਰਸ ਨੇ ਕਿਰਾਏ ਤੇ ਬੱਸਾਂ ਲਈਆਂ ਸੀ, ਪਰ ਹਾਲੇ ਤੱਕ 20 ਲੱਖ ਰੁਪਏ ਦੀ ਅਦਾਇਗੀ ਨਹੀਂ ਕੀਤੀ ਹੈ। ਬਾਰ-ਬਾਰ ਕਹਿਣ ਦੇ ਉੱਤੇ ਵੀ ਕਾਂਗਰਸ ਪਾਰਟੀ ਸਾਨੂੰ ਪੈਸੇ ਨਹੀਂ ਅਦਾ ਕਰ ਰਹੀ, ਇਸ ਕਰਕੇ ਅਸੀਂ ਸਿੱਧੂ ਮੂਸੇਵਾਲੇ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਸੋ ਜੇ ਕਾਂਗਰਸ ਪਾਰਟੀ ਨੇ 20 ਲੱਖ ਰੁਪਏ ਦੀ ਅਦਾਇਗੀ ਇਹਨਾਂ ਪ੍ਰਾਈਵੇਟ ਬੱਸ ਮਾਲਕਾਂ ਨੂੰ ਨਹੀਂ ਕੀਤੀ ਤਾਂ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਆਪਣੀ ਚੋਣ ਮੁਹਿੰਮ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੇਕ ਲੱਗ ਸਕਦਾ ਹੈ। ਇਹ ਅਸੀਂ ਨਾ ਬੱਸਾਂ ਦਿੱਤੀਆਂ ਸੀਗੀਆਂ ਰੈਲੀ ਦੇ ਵਿੱਚ, ਸਰਦੂਲਗੜ੍ਹ ਦਿੱਤੀਆਂ ਸੀ, ਕੁਝ ਮਾਨਸਾ ਦਿੱਤੀਆਂ ਸੀਗੀਆਂ। ਅਸੀਂ ਤੇਲ ਪੱਲਿਓਂ ਮਚਾ ਕੇ ਬੱਸਾਂ ਦਾ ਤੇ ਰੈਲੀ ਲਾ ਕੇ ਆਏ ਆ। ਸਾਨੂੰ ਇਹਨਾਂ ਨੇ ਕਿਹਾ ਸੀ ਸੁਬਾਹ ਪੈਸੇ ਦੇਵਾਂਗੇ, ਮੰਨ ਕੇ ਚਲੋ ਵੀ ਬੱਸਾਂ ਦਾ 15-20 ਲੱਖ ਰੁਪਇਆ ਬਣਦਾ ਜੀ। ਇਹਨਾਂ ਨੇ ਹਜੇ ਤੱਕ ਸਾਨੂੰ ਪੰਜੀ ਨਹੀਂ ਦਿੱਤੀ ਜੀ। ਮਹੀਨਾ ਹੋ ਗਿਆ, ਸਾਨੂੰ ਕਦੇ DC ਦਫ਼ਤਰ ਭੇਜ ਦਿੰਦੇ ਆ, ਕਦੇ RTO ਦਫ਼ਤਰ ਭੇਜ ਦਿੰਦੇ ਆ, ਕਦੇ ਕਿਤੇ ਭੇਜ ਦਿੰਦੇ ਆ। ਇਹਨਾਂ 'ਚੋਂ ਕੋਈ ਪੈਸਾ ਨਹੀਂ ਦੇ ਰਿਹਾ ਸਾਨੂੰ। ਅਸੀਂ ਪੱਲਿਓਂ ਤੇਲ ਮਚਾ ਕੇ ਸਾਰੇ ਜਾਣੇ ਆਪੋ ਆਪਦਾ ਹੀ ਰੈਲੀਆਂ ਲਾਇਆ ਏ। ਸਾਨੂੰ 9:30 ਵਜੇ ਦਾ ਟਾਈਮ ਤਾਂ ਸੁਬਾਹ ਇਹਨਾਂ ਨੇ ਵੀ ਪੈਸੇ ਦੇਵਾਂਗੇ ਤੁਹਾਨੂੰ। ਉੱਥੇ ਨਹੀਂ ਕੋਈ ਬੰਦਾ ਆਇਆ ਜੀ, ਹੁਣ ਨਹੀਂ ਕੋਈ ਗੱਲ ਸੁਣ ਰਿਹਾ। ਅਸੀਂ ਮੂਸੇ ਵਾਲੇ ਨੂੰ, ਹੋਰ ਮੋਪਰ ਦੇ ਮੁੰਡੇ ਨੂੰ, ਵਿਕਰਮ ਨੂੰ, ਸਭ ਨੂੰ ਮਿਲ ਚੁੱਕੇ ਆ ਜੀ, ਕੋਈ ਨਹੀਂ ਹੱਲ ਕਰ ਰਿਹਾ ਇਹਨਾਂ ਦਾ। ਬਸ ਉਹ ਉਹਦੇ ਕੋਲੇ ਭੇਜ ਦਿੰਦਾ ਜੀ, ਉਹਦੇ ਕੋਲੇ ਭੇਜ ਦਿੰਦਾ, ਉਹ ਫਲਾਨਾ ਦੇਊਗਾ, ਉਹ ਢੌਂਕਾ ਦੇਊਗਾ, ਐਂ ਤੋਰੀ ਫਿਰਦੇ ਆ ਜੀ। DC ਸਾਹਿਬ ਦੇ ਵਗ ਜਾਓ, RTO ਸਾਹਿਬ ਦੇ ਵਗ ਜਾਓ, 20 ਗੇੜੇ ਮਰਵਾਤੇ ਜੀ ਇਹਨਾਂ ਨੇ, ਕੋਈ ਨਹੀਂ ਗੱਲ ਸੁਣ ਰਿਹਾ ਜੀ। ਕਿੰਨੇ ਪੈਸੇ ਨੇ ਟੋਟਲ? ਪੈਸੇ ਜੀ ਐ ਮੰਨੇ ਕਿ ਚਲੋ ਵੀ 127 ਬੱਸਾਂ ਇੱਥੋਂ ਵਾਲੀਆਂ, 150 ਬੱਸ ਉੱਥੋਂ ਵਾਲੀ ਆ ਜੀ, ਸੂਗੜ ਵਾਲੀ 300 ਬੱਸ ਦਾ ਰੁਪਈਆ ਜੀ। ਐ ਮੰਨ ਕੇ ਚਲੋ 20 ਲੱਖ ਰੁਪਏ ਦੇ ਲਗਭਗ ਬਣਦਾ ਜੀ। ਅਗਲਾ ਜੀ ਹੁਣ ਜੇ ਤਾਂ ਕੋਈ ਸਾਡੀ ਇੱਕ ਦੋਨਾਂ 'ਚ ਗੱਲ ਸੁਣਦੇ ਆ ਤਾਂ ਠੀਕ ਆ ਜੀ, ਨਹੀਂ ਅਸੀਂ 28 ਤਰੀਕ ਨੂੰ ਘਰਾਓ ਕਰਾਂਗੇ ਦਫ਼ਤਰ ਦਾ, ਤੇ ਵੱਧ ਤੋਂ ਵੱਧ ਅਸੀਂ ਇਕੱਠ ਕਰਕੇ ਉੱਥੇ ਬੈਠਾਂਗੇ ਜੀ। ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਉੱਠਣਾ ਨਹੀਂ ਉੱਥੋਂ। ਪੰਜਾਬ ਦੇ ਵਿੱਚ 2 ਵੋਟਰ ਇਹੋ ਜਿਹੇ ਵੀ ਨੇ ਜਿਨ੍ਹਾਂ ਦਾ ਸਰੀਰ ਤਾਂ ਇੱਕ ਹੈ ਪਰ ਉਹਨਾਂ ਦੇ ਦਿਮਾਗ ਵੱਖੋ ਵੱਖਰੇ ਨੇ, ਉਹਨਾਂ ਦੇ ਚਿਹਰੇ 2 ਨੇ। ਨਾਮ ਹੈ ਸੋਹਣਾ ਤੇ ਮੋਹਣਾ, ਸੋਹਣ ਸਿੰਘ ਤੇ ਮੋਹਨ ਸਿੰਘ। ਪਿੰਗਲਵਾੜੇ ਦੇ ਬਹੁਤ ਹੀ ਪਿਆਰੇ ਬੱਚੇ ਨੇ, ਬਹੁਤ ਇੰਟੈਲੀਜੈਂਟ ਨੇ ਤੇ ਉਹਨਾਂ ਨੂੰ ਪਿਛਲੇ ਦਿਨੀ ਨੌਕਰੀ ਵੀ ਮਿਲੀ ਹੈ ਤੇ ਉਹਨਾਂ ਨੂੰ ਹੁਣ ਕੌਮੀ ਵੋਟਰ ਦਿਵਸ ਦੇ ਮੌਕੇ ਵੋਟਰ ਸ਼ਨਾਖਤੀ ਕਾਰਡ ਵੀ ਸੌਂਪ ਦਿੱਤੇ ਗਏ ਨੇ ਪੰਜਾਬ ਦੇ ਚੋਣ ਕਮਿਸ਼ਨ ਦੇ ਵੱਲੋਂ। ਪਿਛਲੇ ਸਾਲ 18 ਸਾਲ ਦੇ ਹੋ ਗਏ ਸੀ ਤੇ ਹੁਣ ਇਹਨਾਂ ਨੂੰ ਫੋਟੋ ਸ਼ਨਾਖਤੀ ਕਾਰਡ ਨੇ ਜਿਹੜੇ ਸੌਂਪ ਦਿੱਤੇ ਗਏ ਨੇ। ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ S ਕਰੁਣਾ ਰਾਜੂ ਨੇ, ਉਹਨਾਂ ਨੇ ਕਿਹਾ ਕਿ ਸੋਹਣਾ ਤੇ ਮੋਹਣਾ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਵੋਟ ਪਾਉਣ ਦੇ ਲਈ, ਤਾਂ ਜੋ ਦੋਵੇਂ ਜਣੇ ਵੱਖਰੇ ਤੌਰ ਤੇ ਵੋਟ ਪਾ ਸਕਣ ਤੇ ਉਹਨਾਂ ਦੀ ਨਿਜਤਾ ਵੀ ਯਕੀਨੀ ਬਣ ਸਕੇ। ਵੱਖਰੇ ਤੌਰ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਦੋਵੇਂ ਜਣੇ ਅਲੱਗ-ਅਲੱਗ ਜਾਣਗੇ, ਜਾਣਾ ਇਕੱਠਿਆਂ ਨੂੰ ਪੈਣਾ ਕਿਉਂਕਿ ਇਹਨਾਂ ਬੱਚਿਆਂ ਦਾ ਧੜ ਇੱਕ ਹੈ ਤੇ ਚਿਹਰੇ 2 ਹੈਗੇ ਨੇ। ਤੇ ਇਹਨਾਂ ਦੇ ਨਾਲ ਮੈਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ ਕਈ ਸਾਲ ਪਹਿਲਾਂ। ਬੜੇ ਹੀ ਪਿਆਰੇ ਬੱਚੇ ਨੇ ਤੇ ਪਿਛਲੇ ਦਿਨੀ ਇਹਨਾਂ ਨੂੰ ਬਿਜਲੀ ਬੋਰਡ ਦੇ ਵਿੱਚ ਨੌਕਰੀ ਵੀ ਮਿਲੀ ਹੈ, ਸਰਕਾਰੀ ਨੌਕਰੀ ਮਿਲ ਚੁੱਕੀ ਹੈ। ਦੋਨੇ ਹੁਣ ਕਮਾਉਣ ਲੱਗ ਪਏ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।